ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਕੁਝ ਪ੍ਰਾਈਮ ਮੁੱਦੇ। ਗੱਲਬਾਤ ਕਰਾਂਗੇ ਕਿ ਸਵੇਰ ਤੋਂ ਹੀ ਚਰਚਾਵਾਂ ਛਿੜੀਆਂ ਹੋਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ ਹੈ। ਉਹ ਮੀਟਿੰਗ ਕਈ ਸੰਦਰਭਾਂ ਦੇ ਵਿੱਚ ਕਹੀ ਜਾ ਰਹੀ ਸੀ, ਪਰ ਦੁਪਹਿਰ ਹੁੰਦਿਆਂ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਗਈਆਂ ਜੋ ਧਿਆਨ ਮੰਗਦੀਆਂ ਨੇ। ਉਹ ਧਿਆਨ ਮੰਗਦੀਆਂ ਨੇ ਕਿ ਉਹਨਾਂ ਤੇ ਚਰਚਾ ਕੀਤੀ ਜਾਵੇ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੇਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ, ਪਰ ਫਿਰ ਵੀ ਪ੍ਰਤਾਪ ਸਿੰਘ ਬਾਜਵਾ ਜਾਣੇ ਅਣਜਾਣੇ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਕਹਿ ਗਏ ਜੋ ਕਦੇ ਪਹਿਲਾਂ ਉਹ ਨਹੀਂ ਸਨ ਬੋਲੇ। ਕਿਹੜੀਆਂ ਉਹ ਗੱਲਾਂ ਨੇ, ਕਿੱਥੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਮੱਠੇ ਪੈ ਜਾਪਦੇ ਆ ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਵੀ ਬੋਲ ਉਹਨਾਂ ਦੇ ਬਦਲੇ ਜਾਪਦੇ ਆ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਤੇ ਕਿਉਂ ਇਸ ਤਰੀਕੇ ਦੇ ਨਾਲ ਹੋ ਰਿਹਾ, ਇਹ ਵੀ ਤੁਹਾਨੂੰ ਦੱਸਾਂਗੇ। ਗੱਲ ਇਹ ਵੀ ਹੈ ਕਿ ਜੇਕਰ ਇਹ ਮੀਟਿੰਗ ਹੋਈ ਹੈ ਤਾਂ ਕਿਉਂ ਹੋਈ ਹੈ। ਚਲੋ ਇਹ ਵੀ ਗੱਲ ਛੱਡ ਦਈਏ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਾਡੀ ਮੀਟਿੰਗ ਨਹੀਂ ਹੋਈ। ਪਰ ਜੇ ਮੀਟਿੰਗ ਨਹੀਂ ਹੋਈ ਤਾਂ ਫਿਰ ਇੱਕ ਇਸ ਮੀਟਿੰਗ ਦਾ ਜਿਹੜੀ ਅਫਵਾਹ ਕਿਉਂ ਫੈਲਾਈ ਗਈ ਹੈ, ਇਸ ਦੇ ਪਿੱਛੇ ਕੀ ਮਕਸਦ ਹੈ, ਇਸ ਤੇ ਵੀ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅੱਜ ਕੈਬਨਿਟ ਦੀ ਮੀਟਿੰਗ ਸੀ ਤੇ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਬਾਗੀਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੁਲਬੀਰ ਜੀਰਾ ਦੇ ਘਰ ਮੀਟਿੰਗ ਕੀਤੀ ਗਈ। ਕੀ ਇਸ ਮੀਟਿੰਗ ਦਾ ਮਕਸਦ ਸੀ, ਕੀ ਕੁਝ ਹੋਈ ਹੈ ਗੱਲਬਾਤ, ਇਹਨਾਂ तमाम ਖਬਰਾਂ ਤੇ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ। ਤੇ ਮੇਰੇ ਨਾਲ ਜੁੜੇ ਹੋਏ ਨੇ ਮਨਜੀਤ ਸਿੰਘ ਅਣਖੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਜੇਕਰ ਗੱਲਬਾਤ ਕਰੀਏ, ਹਾਲਾਂਕਿ ਉਹ ਮੰਨਦੇ ਨਹੀਂ ਕਿ ਮੇਰੀ ਮੀਟਿੰਗ ਹੋਈ, ਪਰ ਉਹ ਕਿਹੜੀਆਂ ਗੱਲਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਹੀਆਂ ਗਈਆਂ ਜਿਹੜੀਆਂ ਧਿਆਨ ਮੰਗਦੀਆਂ? ਸਿੱਧੂ ਸਾਹਿਬ, ਇਸ ਤਰ੍ਹਾਂ ਕਿ ਅੱਜ ਸਵੇਰ ਤੋਂ ਹੀ ਜੋ ਮੀਡੀਆ ਹਾਊਸਿਸ ਨੇ, ਟੀਵੀ ਚੈਨਲਾਂ ਤੇ ਪ੍ਰਤਾਪ ਸਿੰਘ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਜੋ ਮੀਟਿੰਗ ਹੋਈ ਆ ਉਹਦੇ ਸੰਬੰਧੀ ਖਬਰਾਂ ਜਿਹੜੀਆਂ ਆ ਰਹੀਆਂ ਸਨ। ਔਰ ਦੁਪਹਿਰ ਹੁੰਦਿਆਂ ਤੱਕ ਇਹ ਸੋਸ਼ਲ ਮੀਡੀਆ ਤੇ ਜਾਂ ਬਾਕੀ ਹਰ ਚੀਜ਼ ਤੇ ਇਹ ਖਬਰਾਂ ਚੱਲਦੀਆਂ ਪਈਆਂ ਸੀ। ਪਰ ਐਨ ਦੁਪਹਿਰ ਕੋਈ 12 ਵਜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਅਫਵਾਹਾਂ ਤੇ ਇੱਕ ਵਿਰਾਮ ਚਿੰਨ੍ਹ ਜਿਹੜਾ ਲਗਾ ਦਿੱਤਾ ਗਿਆ। ਠੀਕ ਹੈ, ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਕੋਈ ਮੀਟਿੰਗ ਨਹੀਂ ਹੋਈ, ਮੰਨਣਾ ਪਏਗਾ ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ। ਪਰ ਸਿੱਧੂ ਸਾਹਿਬ, ਪ੍ਰਸ਼ਨ ਇਹ ਪੈਦਾ ਹੁੰਦਾ ਕਿ ਜੇਕਰ ਮੀਟਿੰਗ ਇਹ ਨਹੀਂ ਹੋਈ, ਜਿਸ ਤਰੀਕੇ ਨਾਲ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਇਹ ਗੱਲ ਕੀਤੀ ਹੈ, ਤਾਂ ਫਿਰ ਇਹ ਅਫਵਾਹਾਂ ਉਡਾਈਆਂ ਕਿਉਂ ਗਈਆਂ, ਜਦੋਂ ਕਿ ਦੂਜੇ ਪਾਸੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਕੁਝ ਸੂਤਰ ਅਜਿਹਾ ਦਾਅਵਾ ਕਰ ਰਹੇ ਨੇ। ਮੈਂ ਇਹ ਗੱਲ ਕਹਿਦਾ ਕਿ ਅਸੀਂ ਉਹਨਾਂ ਪੁਸ਼ਟੀ ਨਹੀਂ ਕਰ ਰਹੇ, ਪਰ ਕੁਝ ਸੂਤਰ ਇਹ ਦਾਅਵਾ ਕਰ ਰਹੇ ਨੇ ਕਿ ਮੀਟਿੰਗ ਜਿਹੜੀ ਆ ਇਹ ਹੋਈ ਹੈ ਕੈਪਟਨ ਅਮਰਿੰਦਰ ਔਰ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ। ਔਰ ਇਹ ਜੋ ਸੂਤਰ ਦਾਅਵਾ ਕਰ ਰਹੇ ਨੇ, ਇਹ ਵਿਦੇਸ਼ਾਂ ਤੋਂ ਵੀ ਔਰ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਇਹ ਦਾਅਵਾ ਜਿਹੜਾ ਕੀਤਾ ਜਾ ਰਿਹਾ। ਮੈਂ ਫਿਰ ਇੰਨੀ ਗੱਲ ਕਹਿੰਦਾ ਕਿ ਆਪਾਂ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਕਰਦੇ। ਜਿਸ ਤਰ੍ਹਾਂ ਅਫਵਾਹਾਂ ਫੈਲੀਆਂ ਨੇ, ਉਸੇ ਤਰ੍ਹਾਂ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹਦੇ ਉੱਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਗਿਆ ਹੈ। ਇਹ ਮੁੱਦਾ ਜਿਹੜਾ ਇੱਥੇ ਖਤਮ। ਜਿਹੜੇ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਲੋਕਾਂ ਨੇ, ਜਿਹੜੇ ਸੂਤਰਾਂ ਨੇ ਤੁਹਾਨੂੰ ਇਹ ਗੱਲ ਦੱਸੀ ਆ, ਉਹ ਭਰੋਸੇਯੋਗ? ਜੀ ਮੈਂ ਪਰ ਇਸ ਤਰੀਕੇ ਨਾਲ ਗੱਲ, ਕਿਉਂਕਿ ਜਦੋਂ ਸੰਬੰਧਿਤ ਵਿਅਕਤੀ ਇਸ ਗੱਲ ਦੀ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ, ਤਾਂ ਉਹਦੀ ਫਿਰ ਅਸੀਂ ਕਿਸੇ ਵੀ ਮੁੱਦੇ ਤੇ ਇਹ ਗੱਲ ਨਹੀਂ ਕਹਿ ਸਕਦੇ ਕਿ ਅਸੀਂ ਇਹਨਾਂ ਦੀ ਪੁਸ਼ਟੀ ਕਰਦੇ ਹਾਂ। ਅਸੀਂ ਤੇ ਇਹ ਤੇ ਜਨਰਲ ਅਫਵਾਹਾਂ ਤੌਰ ਤੇ, ਪਰ ਜਿਹੜੀ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਆ, ਉਹ ਆਪਣੇ ਭਰੋਸੇਯੋਗਤਾ ਨਾਲ ਇਸ ਗੱਲ ਤੇ ਦਾਅਵੇ ਤੇ ਅਜੇ ਵੀ ਕਾਇਮ ਨੇ ਕਿ ਜਿਹੜੀ ਆ ਉਹ ਮੀਟਿੰਗਾਂ ਹੋਈਆਂ ਨੇ। ਖੈਰ, ਆਪਾਂ ਇਸ ਗੱਲ ਨੂੰ ਛੱਡਦੇ ਹਾਂ। ਆਪਾਂ ਜੋ ਅੱਜ ਦੀ ਪ੍ਰੈਸ ਕਾਨਫਰੰਸ ਆ ਉਹਦੇ ਆਧਾਰ ਤੇ ਜੇਕਰ ਗੱਲ ਕਰੀਏ ਤਾਂ ਸਿੱਧੂ ਸਾਹਿਬ, ਜੇ ਮੀਟਿੰਗ ਨਹੀਂ ਵੀ ਨਾ ਹੋਈ ਤਾਂ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਉਹ ਸਭ ਕੁਝ ਸਾਹਮਣੇ ਆ ਗਿਆ ਜੋ ਮੀਟਿੰਗ ਹੋਣ ਤੋਂ ਬਾਅਦ ਹੋਣਾ ਸੀ। ਕਈ ਵਾਰੀ ਰਾਜਨੀਤਿਕ ਖੇਤਰ ਦੇ ਵਿੱਚ ਕਈ ਅਜਿਹਾ ਕੁਝ ਜੋ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ, ਉਹ ਅਸਲ 'ਚ ਦਿਖਾਉਣ ਨੂੰ ਹੀ ਪੇਸ਼ ਕੀਤਾ, ਅਸਲ ਸੱਚ ਕੁਝ ਹੋਰ ਹੁੰਦਾ ਹੈਗਾ। ਜੇਕਰ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਮੀਟਿੰਗ ਦੀ ਗੱਲ ਕਰੀਏ ਜਾਂ ਹੋਈ ਆ ਜਾਂ ਨਹੀਂ ਹੋਈ, ਇਹ ਸਾਡਾ ਵਿਸ਼ਾ ਨਹੀਂ ਆ। ਬਸ ਮੈਨੂੰ ਐਵੇਂ ਚੱਲਦਿਆਂ ਜਦੋਂ ਬਾਜਵਾ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਮੈਨੂੰ ਪੁਰਾਣੀ ਘਟਨਾ ਯਾਦ ਆਈ। ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਬਾਜਵਾ ਸਾਹਿਬ ਚੰਡੀਗੜ੍ਹ ਕੋਠੀ ਦੇ ਵਿੱਚ, ਤਾਂ ਉਦੋਂ ਵੀ ਇੱਕ ਖਬਰ ਸਵੇਰੇ ਅਖਬਾਰਾਂ 'ਚ ਜਾਂ ਟੀਵੀ ਚੈਨਲਾਂ 'ਤੇ ਚੱਲੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ 'ਚ ਗਏ ਨੇ ਸਵੇਰੇ। ਉਹ ਕਿਉਂ ਗਏ ਜਾਂ ਨਹੀਂ ਗਏ,
ਤਾਂ ਉਹ ਇਨਕਾਰ ਕੀਤਾ ਗਿਆ ਬਾਜਵਾ ਸਾਹਿਬ ਕਿ ਨਹੀਂ ਆਏ। ਫਿਰ ਕੁਝ ਦਿਨਾਂ ਬਾਅਦ ਹੀ ਉਹਨਾਂ ਨੇ ਕਿਹਾ ਕਿ ਹਾਂ ਪ੍ਰਕਾਸ਼ ਸਿੰਘ ਬਾਦਲ ਹੁਣੀ ਉਹ ਸੈਰ ਕਰ ਰਹੇ ਸੀ ਤੇ ਉਹਨਾਂ ਦੀ ਕੋਠੀ 'ਚ ਜਿਹੜੇ ਫੁੱਲ ਸੀ, ਫੁੱਲ ਵੇਖਣ ਨੂੰ ਬੜੇ ਚੰਗੇ ਲੱਗੇ ਤੇ ਉਹ ਫੁੱਲ ਵੇਖਣ ਵਾਸਤੇ ਉਹਨਾਂ ਦੀ ਕੋਠੀ 'ਚ ਆ ਗਏ ਤਾਂ ਬਕਾਇਦਾ ਤੌਰ 'ਤੇ ਭ੍ਰਿਸ਼ਟਾਚਾਰ ਦੇ ਤੌਰ 'ਤੇ ਉਹਨਾਂ ਨੂੰ ਚਾਹ ਪਏਗੀ। ਇਹ ਵੈਸੇ ਮੈਂ ਘਟਨਾ ਦਾ ਵੈਸੇ ਜ਼ਿਕਰ ਕਰ ਰਿਹਾ, ਹਾਲਾਂਕਿ ਇਸ ਘਟਨਾ ਦਾ ਕੈਪਟਨ ਅਮਰਿੰਦਰ ਸਿੰਘ ਔਰ ਪ੍ਰਤਾਪ ਬਾਜਵਾ ਨਾਲ ਕੋਈ ਸੰਬੰਧ ਨਹੀਂ ਹੈ, ਪਰ ਇਹ ਜ਼ਿਕਰ ਕਰਨਾ ਬਣਦਾ ਕਿ ਕਈ ਵਾਰੀ ਪੁਰਾਣੀਆਂ ਗੱਲਾਂ ਉਹ ਯਾਦ ਆ ਜਾਂਦੀਆਂ। ਤਾਂ ਇਸ ਗੱਲ ਦੇ ਵਿੱਚ ਵੀ ਇਸ਼ਾਰਾ ਜਿਹੜਾ ਹੈ ਉਹ ਮੈਂ ਕਰ ਦਿੱਤਾ ਹੈ ਕਿ ਕਈ ਵਾਰੀ ਬਹੁਤ ਕੁਝ ਹੁੰਦਾ। ਚਲੋ ਆਪਾਂ ਇਸ ਗੱਲ ਨੂੰ ਛੱਡਦੇ ਹਾਂ। ਜਦੋਂ ਅੱਜ ਦੀ ਪ੍ਰੈਸ ਕਾਨਫਰੰਸ ਜਦੋਂ ਹੋਈ ਬਾਜਵਾ ਸਾਹਿਬ ਦੀ, ਤਾਂ ਬਾਜਵਾ ਸਾਹਿਬ ਨੇ ਬੜੇ ਕਹਿ ਸਕਦੇ ਕਿ ਭ੍ਰਿਸ਼ਟਾਚਾਰ ਤਰੀਕੇ ਨਾਲ ਆਪਣੀ ਗੱਲ ਜਿਹੜੀ ਸ਼ੁਰੂ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਅੱਜ ਵੀ ਉਹਨਾਂ ਮੁੱਦਿਆਂ ਤੇ ਕਾਇਮ ਹਾਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਲੜਾਈ ਜਿਹੜੀ ਸ਼ੁਰੂ ਕੀਤੀ ਸੀ। ਪਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਮੇਰਾ ਉਹਨਾਂ ਨਾਲ ਕੋਈ ਨਿੱਜੀ ਵੈਰ ਵਿਰੋਧ ਜਿਹੜਾ ਨਿੱਜੀ ਲੜਾਈ ਨਹੀਂ ਆ। ਨਿੱਜੀ ਤਾਂ ਕਿਸੇ ਦੀ ਵੀ ਕੋਈ ਨਹੀਂ ਹੁੰਦੀ, ਨਵਜੋਤ ਸਿੱਧੂ ਦੀ ਵੀ ਨਿੱਜੀ ਨਹੀਂ ਆ, ਕਿਸੇ ਦੀ ਵੀ ਨਿੱਜੀ ਨਹੀਂ ਹੁੰਦੀ, ਗੱਲ ਤਾਂ ਕੇਵਲ ਮੁੱਦਿਆਂ ਦੀ ਹੁੰਦੀ ਆ। ਮੁੱਦਿਆਂ ਨੂੰ ਵੀ ਛੱਡਦੇ ਕੁਝ ਸਥਿਤੀਆਂ ਉੱਥੋਂ ਤੱਕ ਹੁੰਦੀਆਂ ਨੇ ਜਿੰਨਾ ਚਿਰ ਤੁਹਾਡੇ ਮੇਰੇ ਆਪਸੀ ਸੰਬੰਧ ਠੀਕ ਨੇ, ਸਭ ਕੁਝ ਠੀਕ ਆ। ਜਦੋਂ ਫਿਰ ਤੁਹਾਡੇ ਮੇਰੇ ਸੰਬੰਧ ਕਿਸੇ ਚੀਜ਼ ਨੂੰ ਲੈ ਕੇ ਵਿਗੜ ਜਾਂਦੇ ਆ, ਚਾਹੇ ਉਹ ਸ਼ਕਤੀ ਨੂੰ ਪ੍ਰਦਰਸ਼ਨ ਦਾ ਹੋਵੇ ਜਾਂ ਕਿਸੇ ਖਾਸ ਅਹੁਦੇ ਦੀ ਗੱਲ ਹੋਵੇ, ਤਾਂ ਫਿਰ ਅਸੀਂ ਇਹ ਕਹਿ ਦਿੰਦੇ ਕਿ ਸਾਡੀ ਮੁੱਦਿਆਂ ਦੀ ਲੜਾਈ ਹੁੰਦੀ ਹੈ। ਪਰ ਮੁੱਦਿਆਂ ਦੀ ਲੜਾਈ ਨਹੀਂ ਹੁੰਦੀ, ਲੜਾਈ ਦਾ ਅਸਲ 'ਚ ਆਪਣੇ ਜੀ ਅਸਤਿਤਵ ਦੀ ਹੁੰਦੀ ਆ ਕਿ ਆਪਾਂ ਆਪਣੇ ਆਪ ਨੂੰ ਕਿੱਥੋਂ ਤੱਕ ਮੇਨਟੇਨ ਰੱਖਣਾ ਜਾਂ ਕਿੱਥੋਂ ਤੱਕ ਜਾਣਾ ਹੈ। ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਵੇਖੋ ਜੀ ਮੇਰੀ ਤੇ ਮੁੱਦਿਆਂ ਦੇ ਮੈਂ ਉਹਨਾਂ ਗੱਲਾਂ ਤੇ ਅੱਜ ਵੀ ਕਾਇਮ ਹਾਂ। ਤਾਂ ਇਹ ਗੱਲ ਤੋਂ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਇਹ ਖਬਰਾਂ ਆ ਰਹੀਆਂ ਸੀ ਕਿ 3 ਸ਼ਰਤਾਂ ਜਿਹੜੀਆਂ ਨੇ, ਔਰ ਸਾਨੂੰ ਜੋ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਜਿਹੜੀ ਮਿਲੀ ਕਿ ਉਹਨਾਂ 3 ਸੂਤਰ ਦੀ ਰੱਖੀਆਂ, 3 ਸ਼ਰਤਾਂ ਰੱਖੀਆਂ ਸੀ। ਇੱਕ ਸ਼ਰਤ ਤਾਂ ਇਹ ਕਿ ਅਫਸਰਸ਼ਾਹੀ ਤੋਂ ਮੁਕਤ ਕੀਤਾ ਜਾਵੇ, ਦੂਜਾ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਤੀਜਾ ਨਸ਼ੇ ਦੀ ਗੱਲ ਜਿਹੜੀ ਆ। ਇਹੋ ਗੱਲ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਕਹੀ ਹੈ। ਇਹ ਗੱਲ ਅਕਸਰ ਵੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਰਹਿੰਦੇ ਆ। ਜੀ ਜੀ ਬਿਲਕੁਲ ਬਿਲਕੁਲ। ਔਰ ਸਰ ਜਿਹੜੀ ਖਾਸ ਤੌਰ ਤੇ ਇਹ ਤੇ ਚਲੋ ਜਨਰਲ ਗੱਲਾਂ ਨੇ, ਤੁਸੀਂ ਦੇਖੋ ਕਿ ਉਹਨਾਂ ਨੂੰ ਜਦੋਂ ਫਿਰ ਇਹ ਗੱਲ ਪੁੱਛੀ ਗਈ ਕਿ ਤੁਸੀਂ 1.5 ਮਹੀਨੇ ਦਾ ਟਾਈਮ ਦਿੱਤਾ ਸੀ, ਉਹਨਾਂ ਨੇ ਕਿਹਾ ਕਿ 15 ਦਿਨ ਬੀਤ ਗਏ ਨੇ, 1 ਮਹੀਨਾ ਰਹਿ ਗਿਆ ਤੇ ਮੈਂ ਅਜੇ ਵੀ ਉਹਨਾਂ ਕਿਉਂਕਿ ਗੁਰੂ ਦੀ ਕਚਹਿਰੀ ਵਿੱਚ ਮੈਂ ਜਾਣਾ, ਮੈਂ ਅੱਜ ਵੀ ਉਸ ਟਾਈਮ ਤੇ ਕਾਇਮ ਹਾਂ। ਚਲੋ ਇਹ ਗੱਲਾਂ ਜਿਹੜੀਆਂ ਫੌਰਨ ਜਿਹੜੀ ਅਸਲ 'ਚ ਧਿਆਨ ਦੇਣ ਵਾਲੀ ਗੱਲ ਹੈਗੀ ਉਹ ਸੀ ਨਵਜੋਤ ਸਿੱਧੂ ਦੇ ਸੰਬੰਧ 'ਚ। ਇੱਕ ਪਾਸੇ ਤਾਂ ਉਹ ਨਵਜੋਤ ਸਿੱਧੂ ਦੀ ਆਪਾਂ ਕਹਿੰਦੇ ਕਿ ਸ਼ਲਾਘਾ ਕਰਦੇ ਵੀ ਨਜ਼ਰ ਆਏ ਕਿ ਮੈਂ ਜਿਸ ਤਰੀਕੇ ਨਾਲ ਕਿਉਂਕਿ 2017 'ਚ ਜਦੋਂ ਆਏ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਸੀ ਉਹਦੇ ਵਰਕਰ ਕਾਂਗਰਸੀ ਵਿਧਾਇਕ ਉਹਦਾ ਵਿਰੋਧ ਕਰ ਰਹੇ ਸੀ, ਪਰ ਮੈਂ ਉਹਨਾਂ ਨੂੰ ਸਹਿਮਤੀ ਨਾਲ ਲਿਆਂਦਾ ਤੇ ਹਾਂ ਉਹਨਾਂ ਨੂੰ ਬਣਦਾ ਸਥਾਨ ਜਿਹੜਾ ਮਿਲਣਾ ਚਾਹੀਦਾ। ਪਰ ਜਿਹੜੀ ਇੱਕ ਉਹਨਾਂ ਨੇ ਗੱਲ ਕਹੀ ਉਹ ਗੱਲ ਇਸ ਤਰ੍ਹਾਂ ਲੱਗਦੀ ਸੀ ਕਿ ਜਿਵੇਂ ਉਹ ਇਸ ਗੱਲ ਨੂੰ ਇਸ਼ਾਰਾ ਕਰ ਰਹੇ ਆ ਕਿ ਉਹ ਪੰਜਾਬ ਪ੍ਰਧਾਨਗੀ ਜਿਹੜਾ ਪਦ ਆ ਉਹਦੇ ਵਾਸਤੇ ਉਹ ਯੋਗ ਨੇ। ਜਦੋਂ ਉਹਨਾਂ ਨੇ ਕਿਹਾ ਕਿ ਗੁਲਦਾਨ ਜਿਹੜਾ ਹੈ ਉਹਦੇ ਵਿੱਚ ਫੁੱਲ ਜਿਹੜੇ ਹੁੰਦੇ ਨੇ ਨਵੇਂ ਵੀ ਹੁੰਦੇ ਪੁਰਾਣੇ ਵੀ ਹੁੰਦੇ, ਤੇ ਪੁਰਾਣੇ ਫੁੱਲਾਂ ਨੂੰ ਜਿਹੜਾ ਅਹਿਮੀਅਤ ਮਿਲਣੀ ਚਾਹੀਦੀ, ਨਵੇਂ ਫੁੱਲਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ। ਪਤਾ ਨਹੀਂ ਇਹ ਗੱਲ ਕਿਉਂ ਉਹਨਾਂ ਨੇ ਗੱਲ ਕਿਸ ਆਧਾਰ ਤੇ ਗੱਲ ਕੀਤੀ। ਗੱਲ ਦਾ ਆਧਾਰ ਤਾਂ ਇਹੋ ਹੀ ਸੀ ਕਿ ਨਵਜੋਤ ਸਿੱਧੂ ਨੂੰ ਜਿਹੜੇ ਇੰਨੀ ਤੇਜ਼ੀ ਨਾਲ ਆਪਣੇ ਅਹੁਦਿਆਂ ਵੱਲ ਜਾਂ ਤਰੱਕੀ ਵੱਲ ਨਹੀਂ ਵੇਖਣਾ ਚਾਹੀਦਾ। ਔਰ ਇੱਕ ਜਿਵੇਂ ਅੱਜ ਕੱਲ੍ਹ ਬੜਾ ਸ਼ਬਦ ਪੰਜਾਬ ਦੀ ਰਾਜਨੀਤੀ 'ਚ ਚੱਲ ਰਿਹਾ ਟਕਸਾਲੀ, ਉਹ ਅਕਾਲੀ ਦਲ ਦੇ ਵੀ ਸੰਦਰਭ 'ਚ ਵਰਤਿਆ ਜਾਂਦਾ, ਅੱਜ ਕੱਲ੍ਹ ਕਾਂਗਰਸੀਆਂ ਨੇ ਵਰਤਣਾ ਸ਼ੁਰੂ ਕਰ ਦਿੱਤਾ। ਤਾਂ ਟਕਸਾਲੀ ਸ਼ਬਦ ਦੀ ਜਦੋਂ ਗੱਲ ਉਹਨਾਂ ਨੇ ਕੀਤੀ ਕਿ ਟਕਸਾਲੀ ਕਾਂਗਰਸੀ ਆਗੂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਪਰਿਵਾਰਾਂ ਦੀ ਜਾਨ ਵਾਰੀ ਆ, ਪਰਿਵਾਰਾਂ ਨੇ ਆਪਣਾ ਬਹੁਤ ਕੁਝ ਕੁਰਬਾਨ ਕੀਤਾ ਪੰਜਾਬ ਦੀ ਸ਼ਾਂਤੀ ਵਾਸਤੇ। ਤੇ ਇਹ ਜਿਹੜੀਆਂ ਗੱਲਾਂ ਸੀ, ਇਹ ਗੱਲਾਂ ਦੇ ਵਿੱਚੋਂ ਨਾ ਕੁਝ ਬਹੁਤ ਕੁਝ ਸਮਝ ਦੇ ਵਿੱਚ ਆ ਰਿਹਾ ਸੀ। ਤਾਂ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਪਰ ਉਹਨਾਂ ਨੇ ਉਹਨਾਂ ਦਾ ਸਿੱਧਾ ਜਵਾਬ ਜਿਹੜਾ ਨਹੀਂ ਦਿੱਤਾ। ਹੁਣ ਸਿੱਧੂ ਸਾਹਿਬ ਇਹ ਗੱਲ ਕਲੀਅਰ ਹੈ ਕਿ ਹੁਣ ਪੀੜ੍ਹੀ ਦਰ ਪੀੜ੍ਹੀ ਜਿਹੜਾ ਇੱਕ ਬੰਦਾ ਕਾਂਗਰਸ ਹੈ ਇਹਦਾ ਪਰਿਵਾਰ ਹੀ ਆ, ਜੇਕਰ ਹੁਣ ਕੋਈ ਨਵਾਂ ਬੰਦਾ ਕਾਂਗਰਸ ਪਾਰਟੀ ਜੁਆਇਨ ਕਰਨਾ ਚਾਹੁੰਦਾ ਤਾਂ ਇਹਦਾ ਮਤਲਬ ਕਿ ਇਹ ਹੈ ਕਿ ਆਪਣੇ ਬਜ਼ੁਰਗਾਂ ਕੋਲ ਉਹ ਪਹਿਲਾਂ ਸਰਟੀਫਿਕੇਟ ਲੈ ਕੇ ਆਵੇ ਕਿ ਹਾਂ ਵੀ ਮੈਂ ਟਕਸਾਲੀ ਹੋਣ ਦਾ ਗੱਲ ਹੋਊਗਾ। ਤਾਂ ਇਹ ਜਿਹੜੀ ਗੱਲ ਹੈ ਇਹ ਬੜੀ ਬਚਕਾਨਾ ਜਿਹੀ ਗੱਲ ਹੈ ਕਿ ਮਤਲਬ ਏਡੇ ਅਹੁਦੇ ਤੇ ਤੁਸੀਂ ਇਹ ਗੱਲ ਕਹਿ ਰਹੇ ਟਕਸਾਲੀ, ਇਹਦਾ ਮਤਲਬ ਕਿ ਕੋਈ ਬੰਦਾ ਨਵਾਂ ਕਿ ਜਿਸ ਨੇ ਕਾਂਗਰਸ ਪਾਰਟੀ ਨੂੰ ਨੀਤੀਆਂ ਉਹਦੀਆਂ ਚੰਗੀਆਂ ਲੱਗਦੀਆਂ ਜਾਂ ਕੋਈ ਚੰਗਾ ਲੱਗਦਾ ਉਹ ਕਾਂਗਰਸ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦਾ, ਪਰ ਜੇ ਉਹਦਾ ਪਿਓ ਦਾਦਾ ਕੋਈ ਹੈ ਨਹੀਂ ਕਾਂਗਰਸ ਦੇ ਵਿੱਚ ਉਹ ਜਾਵੇ ਨਾ, ਫਿਰ ਟਕਸਾਲੀ ਨਹੀਂ। ਔਰ ਉਹ ਬੰਦਾ ਜੇਕਰ ਜੁਆਇਨ ਕਰਦਾ ਤਾਂ ਪਾਰਟੀ ਵਾਸਤੇ ਸਭ ਤੋਂ ਵੱਧ ਕੰਮ ਕਰਤਾ, ਤਾਂ ਜਦੋਂ ਉਸਨੂੰ ਕੋਈ ਦੇਣ ਦੀ ਗੱਲ ਆਵੇ ਤਾਂ ਉਹਨੂੰ ਸਾਈਡ ਤੇ ਕਰ ਦਿਓ, ਨਹੀਂ ਵੀ ਕਾਕਾ ਤੂੰ ਟਕਸਾਲੀ ਨਹੀਂ। ਇਹ ਵੀ ਗੱਲ ਜਿਹੜੀ ਨਾ ਕੋਈ ਸਮਝ ਦੀ ਗੱਲ ਹੈਗੀ ਕਿ ਉਸ ਬੰਦੇ ਦੀ ਜਿਸ ਬੰਦੇ ਦੀ ਤੁਸੀਂ ਗੱਲ ਕਰੋ ਉਹਦੇ ਬੰਦੇ ਦੀ ਕੰਟਰੀਬਿਊਸ਼ਨ ਵੇਖੋ ਪਾਰਟੀ ਵਾਸਤੇ ਕੀ ਹੈ ਕੀ ਨਹੀਂ। ਇਹੋ ਜਿਹੇ ਜਿਹੜੇ ਐਲੀਗੇਸ਼ਨ ਉਹ ਤਾਂ ਬਹੁਤ ਪਾਰਟੀ ਦੇ ਵਰਕਰਾਂ ਤੇ ਜਾਂ ਹੋਰ ਮੰਤਰੀਆਂ ਤੇ ਵੀ ਉੱਠ ਸਕਦੇ ਆ। ਤਾਂ ਉਹਨਾਂ ਦੀ ਜਿਹੜੀ ਇਹ ਗੱਲ ਸੀ ਇਹ ਗੱਲ ਕਲੀਅਰ ਕੱਟ ਸੀ ਕਿ ਉਹ ਅੱਜ ਦੀ ਬਾਡੀ ਲੈਂਗੁਏਜ ਉਹਨਾਂ ਦੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਜਿਸ ਤਰੀਕੇ ਨਾਲ ਉਹ ਗੱਲ ਕਰ ਸੀ ਪੂਰਨ ਤੌਰ ਤੇ ਕੈਪਟਨ ਅਮਰਿੰਦਰ ਦੇ ਪ੍ਰਤੀ ਉਹਨਾਂ ਦਾ ਝੁਕਾਅ ਉਹੀ ਗੱਲ ਸੀ ਵੀ ਕਾਕਾ ਤੇਰੀ ਗੱਲ ਦਾ ਦੇਣਾ ਤੈਨੂੰ ਬਣਦਾ, ਪਰ ਗੱਲ ਵਿੱਚੋਂ ਇਹ ਹੈ ਵੀ ਜਾਨੀ ਉਹਨੂੰ ਅਗਲੇ ਨੂੰ ਕਹਿ ਵੀ ਦੇਣਾ ਵੀ ਮੇਰੀ ਐਲੀਜੀਬਲ ਵੀ ਹੈਗੀ ਆ ਪਰ ਮੈਨੂੰ ਮਿਲਣੀ ਨਹੀਂ। ਜਾਨੀ ਗੱਲ ਇਹਨਾਂ ਨੇ ਗੋਲ ਮੋਲ ਕਰਤੀ, ਉਹੀ ਗੱਲ ਕਰਤੀ ਜਿਹੜੀ
ਦੂਜੇ ਕਹਿੰਦੇ ਆ ਰਵਨੀਤ ਸਿੰਘ ਬਿੱਟੂ ਹੋਣੀ ਕਹਿੰਦੇ ਆ, ਜਾਂ ਹੋਰ ਕੈਪਟਨ ਧੜੇ ਦੇ ਬੰਦੇ ਕਹਿੰਦੇ, ਜਾਂ ਕੈਪਟਨ ਕਹਿੰਦਾ, ਉਹੀ ਗੱਲ ਕਹਿਤੀ ਉਹਨਾਂ ਨੇ ਕਿ ਕੈਪਟਨ ਵੀ ਇਹੀ ਗੱਲ ਕਹਿੰਦੇ, ਹਲੇ ਤਾਂ ਨਵੇਂ ਆਏ ਆ ਭਾਈ, ਹਲੇ ਇਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ, ਹੁਣੇ ਕਿਵੇਂ ਦੇ ਦਈਏ। ਉਧਰ ਰਵਨੀਤ ਸਿੰਘ ਬਿੱਟੂ ਵੀ ਇਹੀ ਗੱਲ ਕਹਿੰਦੇ ਆ, ਤੇ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਉਹੀ ਗੱਲ। ਕਿਤੇ ਇਹ ਤਾਂ ਨਹੀਂ ਗੱਲ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਹੋ ਗਿਆ ਹੋਵੇ ਕਿ ਭਾਈ ਇਹਦੇ ਵਿੱਚ ਜਿਹੜੇ ਹੁਣ ਦੋ ਜਣਾਂ ਦੀ ਆਪਸੀ ਲੜਾਈ ਹੁੰਦੀ ਆ, ਉਹਦੇ ਵਿੱਚੋਂ ਕੋਈ ਤੀਜਾ ਫਾਇਦਾ ਚੱਕ ਜੇ। ਕਿਤੇ ਪ੍ਰਤਾਪ ਸਿੰਘ ਬਾਜਵਾ ਤੀਜੇ ਵਾਲੀ ਭੂਮਿਕਾ 'ਚ ਤਾਂ ਨਹੀਂ ਆ ਗਏ? ਚਲੋ ਤੁਸੀਂ ਤੁਲਨਾ ਬੜੀ ਵੈਸੇ ਹੋਰ ਤਰੀਕੇ ਦੀ ਉਹਨਾਂ ਦੀ ਕਰ ਰਹੇ ਜੇ, ਤੀਜੇ ਵਾਰੀ ਤੇ ਚਲੋ ਆਪਾਂ ਗੱਲ ਨਹੀਂ ਕਰਾਂਗੇ। ਨਿਸ਼ਾਨਾ ਉਹਨਾਂ ਦਾ ਇਹੋ ਹੀ ਆ ਕਿ ਲੜਾਈ ਜਿਹੜੀ ਆਪਸੀ ਚੱਲਦੀ ਪਈ ਆ। ਅਸਲ ਦੇ ਵਿੱਚ ਸਿੱਧੂ ਸਾਹਿਬ ਜਿਹੜਾ ਸਵਾਲ ਹੈ ਨਾ, ਇਹਦੇ ਵਿੱਚ ਸਵਾਲ ਇਹ ਨਹੀਂ ਹੈਗਾ ਕਿ ਮੈਨੂੰ ਕੀ ਮਿਲ ਜੇ, ਕੈਪਟਨ ਨੂੰ ਕੀ ਮਿਲ ਜੇ, ਪ੍ਰਤਾਪ ਸਿੰਘ ਬਾਜਵਾ, ਇਹ ਨਹੀਂ ਸਵਾਲ ਹੈਗਾ ਕਿ ਨਵਜੋਤ ਸਿੱਧੂ ਨੂੰ ਸਾਈਡਲਾਈਨ ਕਿਵੇਂ ਕੀਤਾ ਜਾਵੇ। ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਜਿੰਨਾ ਚਿਰ ਤੱਕ ਨਵਜੋਤ ਸਿੱਧੂ ਅੱਜ ਦੀ ਤਰੀਕ ਤੱਕ ਹੈਗਾ, ਉਹਨਾਂ ਚਿਰ ਤੱਕ ਭਾਵੇਂ ਪ੍ਰਤਾਪ ਬਾਜਵਾ, ਭਾਵੇਂ ਰਵਨੀਤ ਬਿੱਟੂ, ਭਾਵੇਂ ਜਸਵੀਰ ਸਿੰਘ ਡਿੰਪਾ, ਕੋਈ ਵੀ ਬੰਦਾ ਹੋ ਜੇ, ਉਹਨਾਂ ਸਾਰਿਆਂ ਦਾ ਕੱਦ ਨਵਜੋਤ ਸਿੱਧੂ ਦੇ ਕੱਦ ਦੇ ਬਰਾਬਰ ਨਹੀਂ ਹੁੰਦਾ। ਅਸਲ 'ਚ ਪ੍ਰੋਬਲਮ ਜਿਹੜੀ ਆ ਇਹਨਾਂ ਨੇਤਾਵਾਂ ਨੂੰ ਸਿਰਫ ਇਹੋ ਹੀ ਸਮੱਸਿਆ ਆ ਕਿ ਇਹ ਬੰਦਾ, ਈਵਨ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਖਤਰਾ ਜਿਹੜਾ ਆ ਉਹ ਉਹਨਾਂ ਖਤਰਾ ਕਾਂਗਰਸ ਹਾਈ ਕਮਾਨ ਦੇ ਫੈਸਲੇ ਤੋਂ ਨਹੀਂ ਆ, ਜਿੰਨਾ ਖਤਰਾ ਜਿਹੜਾ ਆ ਨਵਜੋਤ ਸਿੱਧੂ ਦੇ ਪੰਜਾਬ ਵਿੱਚ ਬਣੇ ਕੱਦ ਕਾਠ ਨੂੰ, ਉਹਨਾਂ ਦੀ ਸ਼ਖਸੀਅਤ ਨੂੰ, ਔਰ ਉਹਨਾਂ ਦੀ ਸ਼ਖਸੀਅਤ ਦੇ ਪ੍ਰਭਾਵ ਕਰ ਜਿਹੜਾ ਉਹਨਾਂ ਦਾ ਸਥਿਤਵ ਸਾਹਮਣੇ ਆਇਆ, ਉਹਦੇ ਕਰਕੇ ਖਤਰਾ ਆ। ਜਿਸ ਕਰਕੇ ਪਾਰਟੀ ਦਾ ਥੱਲੇ ਤੋਂ ਲੈ ਕੇ ਉੱਪਰ ਤੱਕ ਪੰਜਾਬ ਕਾਂਗਰਸ ਦੇ ਸੰਦਰਭ 'ਚ ਮੈਂ ਗੱਲ ਕਰ ਰਿਹਾ, ਸਾਰੇ ਵੀ ਚਾਹੁੰਦੇ ਨੇ ਕਿ ਕਿਹੜਾ ਵੇਲਾ ਹੋਵੇ ਨਵਜੋਤ ਸਿੱਧੂ ਪਾਰਟੀ ਤੋਂ ਬਾਹਰ ਚੱਲ ਜੇ, ਜਾਂ ਪਾਰਟੀ ਛੱਡ ਦੇ, ਜਾਂ ਪਾਰਟੀ ਬਾਹਰ ਕੱਢ ਦੇ। ਕੇਵਲ ਇਹਨਾਂ ਦਾ ਟਾਰਗੇਟ, ਨਿਸ਼ਾਨਾ ਇਹ ਹੈ, ਕਿਉਂਕਿ ਜੇ ਨਵਜੋਤ ਸਿੱਧੂ ਪਾਰਟੀ ਤੋਂ ਬਾਹਰ ਜਾਂਦੇ ਨੇ ਤਾਂ ਫਿਰ ਇਹਨਾਂ ਦਾ ਜਿਹੜਾ ਭਵਿੱਖ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਮੁੱਖ ਮੰਤਰੀ ਦਾ ਜਾਂ ਕਿਸੇ ਹੋਰ, ਕਿਉਂਕਿ ਕੈਪਟਨ ਤੋਂ ਬਾਅਦ ਜੇਕਰ ਕਿਸੇ ਦੀ ਗੱਲ ਆਉਂਦੀ ਹੈ, ਚਾਹੇ ਪ੍ਰਧਾਨਗੀ ਦੀ ਆਵੇ ਤਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਪਹਿਲੇ ਨੰਬਰ ਤੇ, ਜੇ ਉਪ ਮੁੱਖ ਮੰਤਰੀ ਦੀ ਗੱਲ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਪਹਿਲੇ ਨੰਬਰ ਤੇ, ਜੇ ਆਪਣੇ ਮੁੱਖ ਮੰਤਰੀ ਦੀ ਗੱਲ ਹੋਵੇ ਤਾਂ ਪਹਿਲੇ ਨੰਬਰ ਤੇ, ਜੇ ਸੈਂਟਰ ਦੇ ਵਿੱਚ ਕੋਈ ਜਾਣ ਦੀ ਗੱਲ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਪਹਿਲੇ ਨੰਬਰ ਤੇ। ਯਾਨੀ ਨਵਜੋਤ ਸਿੰਘ ਸਿੱਧੂ ਜਿੰਨਾ ਚਿਰ ਸਾਈਡ ਲਾਈਨ ਨਹੀਂ ਹੁੰਦੇ ਉਹਨਾਂ ਟਾਈਮ ਇਹਨਾਂ ਨੂੰ ਕੁਝ ਦੀਦਾ ਨਹੀਂ। ਇਹਨਾਂ ਨੂੰ ਐਂ ਲੱਗਦਾ ਕਿ ਅਸੀਂ ਤਾਂ ਫਿਰ ਜਾਂ ਮੰਤਰੀ ਬਣ ਕੇ ਰਹਿ ਜਾਾਂਗੇ, ਇਹ ਤੋਂ ਬਾਅਦ ਤਾਂ ਕੁਝ ਮਿਲਣਾ ਨਹੀਂ ਜੇ ਨਵਜੋਤ ਸਿੰਘ ਸਿੱਧੂ ਪਾਰਟੀ 'ਚ ਹੀ ਰਹੇ। ਬਿਲਕੁਲ ਕਾਰਨ ਇਹੋ ਹੀ ਸਮੱਸਿਆ ਆ, ਕਿਉਂਕਿ ਇਸ ਵੇਲੇ ਪਾਰਟੀ ਦੇ ਵਿੱਚ ਨੰਬਰ 2 ਦੇ ਪੰਜਾਬ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਨਵਜੋਤ ਸਿੱਧੂ ਬਣ ਚੁੱਕੇ ਆ। ਬੇਸ਼ੱਕ ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾਓ, ਨਹੀਂ ਬਣਾਉਣਾ, ਨਾ ਬਣਾਓ, ਕੈਪਟਨ ਅਮਰਿੰਦਰ ਤੋਂ ਬਾਅਦ ਹਾਈ ਕਮਾਨ ਦੀਆਂ ਨਜ਼ਰਾਂ 'ਚ ਦੂਜਾ ਨਾਮ ਜਿਹੜਾ ਆ ਉਹ ਨਵਜੋਤ ਸਿੱਧੂ ਦਾ ਹੈ। ਹਾਂ, ਜੇ ਨਵਜੋਤ ਸਿੱਧੂ ਸਾਈਡ ਤੇ, ਮਤਲਬ ਇਹ ਦੂਸਰੇ, ਜਿੱਦਾਂ ਰਵਨੀਤ ਬਿੱਟੂ ਕਹਿ ਰਿਹਾ ਕਿ ਅਸੀਂ 15 ਸਾਲ ਜੀ ਮੈਂ ਲੋਕ ਸਭਾ ਮੈਂਬਰਸ਼ਿਪ ਹੋ ਗਏ ਨੇ, ਉਹ ਸਾਰਿਆਂ ਦੀ ਨਜ਼ਰਾਂ ਜਿਹੜੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਬਾਅਦ ਉਸ ਪਦ ਤੇ ਨੇ ਕਿ ਅਸੀਂ ਇਹ ਸੰਭਾਲਾਂਗੇ ਕਿੱਦਾਂ। ਪਰ ਜੇਕਰ ਨਵਜੋਤ ਸਿੱਧੂ ਰਹਿੰਦਾ ਪਾਰਟੀ ਤੇ ਫਿਰ ਉਹਨਾਂ ਦੀ ਕਿਸੇ ਦੀ ਵਾਰੀ ਨਹੀਂ ਆਉਂਦੀ। ਅਸਲ ਦੇ ਵਿੱਚ ਵਿਰੋਧ ਜਿਹੜਾ ਉਹ ਇਸ ਗੱਲ ਦਾ ਆ। ਬਾਕੀ ਨਵਜੋਤ ਸਿੱਧੂ ਨਾਲ ਕਿਸੇ ਨੂੰ ਕੋਈ ਨਿੱਜੀ ਪ੍ਰੋਬਲਮ ਨਹੀਂ ਆ, ਕੋਈ ਸਮੱਸਿਆ ਨਹੀਂ, ਜੋ ਮਰਜ਼ੀ ਕਰੇ, ਲੋਕ ਮੁੱਦਿਆਂ ਦੀ ਗੱਲ ਕਰੇ, ਕੈਪਟਨ ਦੇ ਖਿਲਾਫ ਜਾਵੇ, ਨਹੀਂ ਜਾਂਦਾ ਨਾ ਜਾਵੇ, ਕੋਈ ਇਸ਼ੂ ਨਹੀਂ। ਇਸ਼ੂ ਇਹ ਹੈ ਕਿ ਜੇਕਰ ਉਹ ਸਾਈਡਲਾਈਨ ਨਹੀਂ ਹੁੰਦਾ ਤਾਂ ਕੁਦਰਤੀ ਤੌਰ ਤੇ ਕੈਪਟਨ ਅਮਰਿੰਦਰ ਤੋਂ ਬਾਅਦ ਫਿਰ ਉਹਦਾ ਹੀ ਦਾ ਲੱਗਦਾ, ਉਹ ਭਾਵੇਂ 5 ਸਾਲਾਂ ਨੂੰ ਲੱਗੇ, ਭਾਵੇਂ 10 ਸਾਲਾਂ ਨੂੰ ਲੱਗੇ। ਹਾਂ, ਜੇ ਉਸ ਕਰਕੇ ਇਹ ਜ਼ਰੂਰੀ ਹੈ ਕਿ ਉਹਨੂੰ ਪਾਰਟੀ ਤੋਂ ਸਾਈਡਲਾਈਨ ਕੀਤਾ ਜਾਵੇ। ਹਾਂ, ਜਿਹੜੀ ਮੈਂ ਗੱਲ ਕਰਦਾ ਪਿਆ ਉਹ ਮੈਂ ਕਰ ਰਿਹਾ ਪ੍ਰਤਾਪ ਬਾਜਵੇ। ਦੂਸਰੀ ਗੱਲ, ਜਿਹੜਾ ਪ੍ਰਤਾਪ ਬਾਜਵੇ ਦੇ ਜਿਹੜੇ ਨਵੇਂ ਸਮੀਕਰਨ ਬਣੇ ਨੇ, ਉਹ ਸਮੀਕਰਨ, ਇਸ ਤੋਂ ਇਲਾਵਾ ਉਹਨਾਂ ਨੇ ਹੋਰ ਇਸ ਪਾਰਟੀ ਗੱਲ ਕੀਤੀ ਕਿ ਅਸੀਂ ਕਾਂਗਰਸ ਹਾਈ ਕਮਾਨ ਦੇ ਹੁਕਮ ਨੂੰ ਮੰਨਣਾ, ਕਾਂਗਰਸ ਹਾਈ ਕਮਾਨ ਜੋ ਕਹੇਗੀ। ਅਤੇ ਪਰ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਕਿ ਕੀ 2022 ਦੀਆਂ ਚੋਣਾਂ ਦੇ ਵਿੱਚ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੁਣ ਚਿਹਰਾ ਹੋਣਗੇ ਮੁੱਖ ਮੰਤਰੀ, ਤਾਂ ਉਹ ਇਸ ਗੱਲ ਤੋਂ ਬਚਾਅ ਕਰਦੇ, ਉਹਨਾਂ ਨੇ ਇਹਦਾ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਜੋ ਹਾਈ ਕਮਾਨ ਕਹੇਗੀ ਅਸੀਂ ਉਸ ਤਰੀਕੇ ਦੀ ਗੱਲ ਕਰਾਂਗੇ। ਸੋ ਕਹਿਣ ਦਾ ਅਰਥ ਹੈ ਕਿ ਸਿੱਧੂ ਸਾਹਿਬ ਜੋ ਕੁਝ ਅੱਜ ਪ੍ਰਤਾਪ ਬਾਜਵੇ ਦੀ ਪ੍ਰੈਸ ਕਾਨਫਰੰਸ 'ਚ ਹੋਇਆ, ਮੀਟਿੰਗ ਹੋਈ ਜਾਂ ਨਹੀਂ ਹੋਈ, ਆਪਾਂ ਇਸ ਗੱਲ ਦੀ ਚਰਚਾ 'ਚ ਨਹੀਂ ਪੈਂਦੇ, ਪਰ ਇਹਦੇ ਨਾਲ ਬਹੁਤ ਕੁਝ ਅਜਿਹਾ ਸਾਹਮਣੇ ਆਇਆ ਜਿਹੜਾ ਆਪਾਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਪਾਉਂਦੇ ਹਾਂ, ਜ਼ਰੂਰੀ ਹੈ। ਪ੍ਰਤਾਪ ਬਾਜਵੇ ਦੀ ਐਂਟਰੀ ਅੱਜ ਤੋਂ ਪੰਜਾਬ ਦੀ ਸਿਆਸਤ ਵਿੱਚ ਹੋ ਗਈ ਹੈ। ਉਹ ਮੀਟਿੰਗ ਹੋਈ ਜਾਂ ਨਹੀਂ ਹੋਈ ਇੱਕ ਵੱਖਰਾ ਇਸ਼ੂ। ਕਿਸ ਤਰ੍ਹਾਂ ਹੋਈ ਕਿ ਜਿਸ ਤਰੀਕੇ ਨਾਲ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਛੋਟਾ ਭਰਾ ਆ ਫਤਿਹਜੰਗ ਸਿੰਘ ਬਾਜਵਾ, ਉਹਦੇ ਬੇਟੇ ਨੂੰ ਪੁਲਿਸ ਇੰਸਪੈਕਟਰ ਦੀ ਨੌਕਰੀ ਜਿਹੜੀ ਕੈਬਨਿਟ ਵੱਲੋਂ ਪਾਸ ਕਰ ਦਿੱਤੀ ਗਈ। ਦੇਖੋ ਘਟਨਾਵਾਂ ਕਿਵੇਂ ਵਾਪਰਦੀਆਂ ਪਈਆਂ। ਦੂਜੇ ਪਾਸੇ ਅਗਲੇ ਹਫ਼ਤੇ ਜਿਸ ਤਰ੍ਹਾਂ ਕਹੀ ਜਾਂਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਹਾਲਾਂਕਿ ਇਸ ਗੱਲ ਨੂੰ ਡਿਨਾਈ ਕਰਕੇ ਉਹ ਕਹਿੰਦੇ ਕਿ ਮੇਰੇ ਭਰਾ ਦੇ ਬੇਟੇ ਨੂੰ ਨੌਕਰੀ ਮਿਲੇ ਨਾ ਮਿਲੇ, ਮੇਰਾ ਇਹਦੇ ਵਿੱਚ ਕੋਈ ਸਪੋਰਟ ਨਹੀਂ, ਕੈਪਟਨ ਅਮਰਿੰਦਰ ਸਿੰਘ ਦਾ ਕੋਈ ਆਪਣਾ ਨਿੱਜੀ ਫੈਸਲਾ ਉਹ ਕਹਿੰਦੇ ਹੋ ਸਕਦਾ। ਇੱਥੋਂ ਵੀ ਸਵਾਲ ਉੱਠਦੇ ਨੇ ਕਿ ਪਿਤਾ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੀ ਸੀਗੇ, ਸਤਨਾਮ ਸਿੰਘ ਬਾਜਵਾ, ਜੇ ਉਹੀ ਨਹੀਂ ਇਹ ਸਮਝਦੇ ਕਿ ਸਾਨੂੰ ਇਸ ਪੱਧਰ ਦੇ ਉੱਪਰ ਜਾ ਕੇ ਨੌਕਰੀ ਲੈਣੀ ਚਾਹੀਦੀ ਹੈ ਤਾਂ ਫਿਰ ਐਲੀਜੀਬਿਲਿਟੀ ਬਣਦੀ ਕਿਵੇਂ ਉਹਨਾਂ ਦੀ। ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਫੈਸਲਾ, ਮੇਰੀ ਇਹਦੇ ਵਿੱਚ ਕੋਈ ਸਪੋਰਟ ਨਹੀਂ। ਬਾਕੀ ਉਹ ਕਹਿੰਦੇ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ 100 ਗੱਲਾਂ ਬਾਤਾਂ ਹੁੰਦੀਆਂ,
ਕੋਈ ਆਪਣੇ ਘਰੇ ਰਹਿੰਦਾ, ਕੋਈ ਆਪਣੇ ਘਰੇ ਰਹਿੰਦਾ, ਸਾਨੂੰ ਤਾਂ ਪਤਾ ਹੀ ਨਹੀਂ ਕਹਿੰਦੇ ਕੀ ਹੋਈ ਜਾਂਦਾ। ਇਹ ਤੋਂ ਸਾਫ਼ ਹੈ ਕਿ ਉਹਨਾਂ ਦੇ ਵੀ ਆਪਸੀ ਦੋਵਾਂ ਭਰਾਵਾਂ ਦੇ ਰਿਸ਼ਤੇ ਸੁਖਾਵੇਂ ਨਹੀਂ ਹੈਗੇ। ਤੇ ਕੱਲ ਉਹਨਾਂ ਦੇ ਵੱਲੋਂ ਵੀ ਬੜੀ ਵੱਡੀ ਗੱਲ ਕਹੀ ਗਈ ਕਿ ਭਾਈ ਮੇਰਾ ਲੀਡਰ ਤਾਂ ਕੈਪਟਨ ਅਮਰਿੰਦਰ ਸਿੰਘ ਹੈ। ਬਿਲਕੁਲ ਸਿੱਧੂ ਸਾਹਿਬ, ਆਪਾਂ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਉਹ ਉਹਨਾਂ ਦੇ ਪਰਿਵਾਰਕ ਸੰਬੰਧਾਂ ਦੇ ਸੰਬੰਧੀ ਕਿੰਤੂ ਪਰੰਤੂ ਨਾ ਹੀ ਕਰੀਏ ਤਾਂ ਉਹ ਬੈਟਰ ਹੋਏਗਾ, ਬਿਹਤਰ ਹੋਏਗਾ। ਆਪਾਂ ਆਪਣੇ ਵਿਸ਼ੇ ਵੱਲ ਆਉਂਦੇ ਹਾਂ। ਨਹੀਂ, ਮੈਂ ਇਹ ਤਾਂ ਗੱਲ ਕੀਤੀ ਸੀ ਕਿ ਤੁਸੀਂ ਕਹਿੰਦੇ ਸੀ ਨਾ ਕਿ ਸਬ ਇੰਸਪੈਕਟਰ ਦੀ ਗੱਲ ਵਾਲੀ, ਉਹ ਮੈਂ ਕਹੀ ਜੀ ਕਿ ਜੀ ਪ੍ਰਤਾਪ ਜੀ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਡਿਨਾਈ ਕਰਤਾ। ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਠੀਕ ਕਹਿ ਰਹੇ ਜੀ। ਮੇਰਾ ਕਹਿਣ ਦਾ ਅਰਥ ਹੈ ਕਿ ਅਗਲੇ ਜਿਹੜੇ ਸਮੀਂ ਕਰਦੇ, ਮੈਂ ਉਹਨਾਂ ਵੱਲ ਆ ਰਿਹਾ ਸਾਂ ਕਿ ਬਿਲਕੁਲ ਉਹ ਨੌਕਰੀ ਉਹਨਾਂ ਨੂੰ ਦੇਤੀ। ਦੂਸਰੇ ਬੰਨੇ ਹੋਇਆ ਕੀ ਆ ਕਿ ਅਗਲੇ ਹਫ਼ਤੇ ਜਿਸ ਤਰ੍ਹਾਂ ਕਨਸੂਆਂ ਮਿਲਦੀਆਂ ਨੇ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਵੱਡੇ ਪੱਧਰ ਤੇ ਰੱਦੋ ਬਦਲ ਹੋ ਸਕਦੀ ਹੈ, ਔਰ ਉਸ ਰੱਦੋ ਬਦਲ ਜਿਹੜੀ ਹੈਗੀ ਆ ਉਹ ਰੱਦੋ ਬਦਲ ਕਿ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਜਿਹੜੇ ਸਿਆਸੀ ਸ਼ਰੀਕ ਨੇ, ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਵਜ਼ਾਰਤ 'ਚ 2 ਨੰਬਰ ਦੇ ਮੰਤਰੀ ਮੰਨੇ ਜਾਂਦੇ ਸਨ, ਉਹਨਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਦੀ ਮਤਲਬ ਕੋਈ ਸੂਤਰ ਸਾਨੂੰ ਇਹ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਹੋ ਸਕਦੀ ਹੈ ਕੈਬਨਿਟ ਦੇ ਵਿੱਚੋਂ। ਉਹਦਾ ਕਾਰਨ ਇਹ ਆ ਕਿਉਂਕਿ ਉਹ ਕੈਪਟਨ ਦੇ ਖਾਸਮ ਖਾਸ ਰਹੇ, ਪਰ ਜਦੋਂ 3 ਮੈਂਬਰੀ ਕਮੇਟੀ ਜਿਹੜੀ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਕੀਤੀ ਗਈ, ਉਹਦੇ ਵਿੱਚ ਜਾ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਤਲਬ ਜੋ ਸੂਤਰਾਂ ਤੋਂ ਮਿਲੀ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਖਿਲਾਫ ਪੁਖਤੇ ਨੇ। ਸੁਖਜਿੰਦਰ ਸਿੰਘ ਰੰਧਾਵਾ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਦੇ ਖਿਲਾਫ ਚੱਲਦੇ ਨੇ, ਸੋ ਉਹਨਾਂ ਨੂੰ ਓਨਾ ਗੁੱਸਾ ਸੁਖਜਿੰਦਰ ਰੰਧਾਵੇ ਤੇ ਨਹੀਂ ਆ ਜਿੰਨਾ ਗੁੱਸਾ ਜਿਹੜਾ ਆ ਜਾਂ ਆਪਾਂ ਇਤਰਾਜ਼ ਜਿਹੜਾ ਆ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਤੇ ਆ। ਔਰ ਮਾਝੇ ਦੇ ਹਲਕੇ ਵਿੱਚ ਇਹ ਗੱਲ ਇਸ ਵੇਲੇ ਹਰ ਬੰਦੇ ਦੀ ਜ਼ੁਬਾਨ ਤੇ ਹੈ ਕਿ ਜੇਕਰ ਰੀਸ਼ਫਲਿੰਗ ਹੁੰਦੀ ਆ ਤਾਂ ਤ੍ਰਿਪਤ ਰਜਿੰਦਰ ਬਾਜਵਾ ਦੀ ਜਿਹੜੀ ਛੁੱਟੀ ਆ ਉਹ ਹੋ ਸਕਦੀ ਆ। ਇਹ ਇੱਕ ਅਫਵਾਹ ਜਿਹੜੀ ਆਪਾਂ ਪਹਿਲਾਂ ਕਹਿ ਦਈਏ ਕਿ ਇਹ ਅਮਨ ਕਨਸੋਆਂ ਨੇ ਜਿਹੜੀ ਚੱਲ ਰਹੀ ਆ। ਦੂਸਰੇ ਪਾਸੇ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਜਿਸ ਤਰੀਕੇ ਨਾਲ ਪ੍ਰਤਾਪ ਬਾਜਵੇ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਕਿਸਮ ਦੀ ਅੱਜ ਐਂਟਰੀ ਹੋਈ ਆ, ਔਰ ਤ੍ਰਿਪਤ ਬਾਜਵਾ ਦੋਵੇਂ ਇੱਕੋ ਸ਼ਹਿਰ ਕਾਦੀਆਂ ਦੇ ਰਹਿਣ ਵਾਲੇ ਨੇ, ਔਰ ਹੁਣ ਜਿਸ ਤਰੀਕੇ ਨਾਲ ਫਤਿਹਜੰਗ ਸਿੰਘ ਬਾਜਵਾ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਆਸ਼ੀਰਵਾਦ ਪ੍ਰਾਪਤ ਹੋ ਗਿਆ, ਦੂਜੇ ਪਾਸੇ ਅੱਜ ਦੀ ਬਾਡੀ ਲੈਂਗੁਏਜ ਜਿਸ ਤਰੀਕੇ ਨਾਲ ਬੜੇ ਪਿਆਰ ਭਰੇ ਸ਼ਬਦਾਂ ਨਾਲ, ਸ੍ਰਿਸ਼ਟਾਚਾਰ ਸ਼ਬਦਾਂ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੋਲੇ ਗਾਏ ਨੇ, ਜਾਂ ਉਹਨਾਂ ਨੂੰ ਇੱਕ ਵਧੀਆ ਮੁੱਖ ਮੰਤਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਔਰ ਕਾਂਗਰਸ ਪਾਰਟੀ ਵਿੱਚ ਇੱਕ ਟਕਸਾਲੀ ਸ਼ਬਦ ਦੀ ਗੱਲ ਕਰਦਿਆਂ ਹੋਇਆ ਨਵਜੋਤ ਸਿੱਧੂ ਨੂੰ ਸਾਈਡਲਾਈਨ ਕਰਨ ਦਾ ਯਤਨ ਕੀਤਾ। ਇਹਦੇ ਤੋਂ ਇਹ ਵੀ ਗੱਲ ਤੱਥ ਸਾਹਮਣੇ ਆਉਂਦੇ ਨੇ। ਅੱਜ ਲੋਕਲ ਲੈਵਲ ਤੇ ਇਹ ਸਰਗਰਮੀਆਂ, ਯਾਨੀ ਕਿ ਹੋ ਸਕਦਾ ਕਿ ਪ੍ਰਤਾਪ ਬਾਜਵਾ ਬਟਾਲੇ ਤੋਂ ਜਿਹੜੀ ਆ ਕਾਂਗਰਸ ਵਿਧਾਇਕ ਦੀ ਟਿਕਟ ਜਿਹੜੀ ਆ ਉਹ ਚੋਣ ਲੜਨਗੇ, ਕਿਉਂਕਿ ਤ੍ਰਿਪਤ ਰਜਿੰਦਰ ਬਾਜਵਾ ਹੁਣ ਆਪਣੇ ਹਲਕੇ ਫਤਿਹਗੜ੍ਹ ਚੂੜੀਆਂ ਵਿਖੇ ਹੀ ਜਾਣਗੇ, ਔਰ ਸੰਭਾਵੀ ਤੌਰ ਤੇ ਹੋ ਸਕਦਾ ਕਿ ਪ੍ਰਤਾਪ ਸਿੰਘ ਬਾਜਵਾ ਹੁਣੀ ਬਟਾਲੇ ਤੋਂ ਚੋਣ ਲੜਨ। ਇਹ ਉਹ ਸਿਆਸੀ ਸਮੀਕਰਨ ਜਿਹੜੇ ਬੜੇ ਤੇਜ਼ੀ ਨਾਲ ਬਦਲ ਰਹੇ ਨੇ, ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਜਿਹੜੀ ਜਾਣਕਾਰੀ ਆਪਾਂ ਸਾਂਝੀ ਕਰ ਰਹੇ ਹਾਂ, ਇਹ ਜਾਣਕਾਰੀ ਹਵਾ ਦੇ ਵਿੱਚ ਇਕੱਤਰ ਨਹੀਂ ਕੀਤੀ ਗਈ, ਬਲਕਿ ਬਕਾਇਦਾ ਤੌਰ ਤੇ ਤੱਥਾਂ ਦੀਆਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਿਹੜੀ ਸਾਹਮਣੇ ਆਈ ਹੈ। ਸੋ ਅੱਜ ਦੇ ਸਾਰੇ ਐਪੀਸੋਡ ਦੇ ਵਿੱਚ ਪ੍ਰਤਾਪ ਬਾਜਵੇ ਦੀ ਅਸੀਂ ਕਹਿ ਸਕਦੇ ਹਾਂ ਮੀਟਿੰਗ ਹੋਈ ਆ, ਨਹੀਂ ਹੋਈ, ਪਰ ਅੱਜ ਪ੍ਰਤਾਪ ਬਾਜਵੇ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਹੋ ਗਿਆ। ਇਹਦਾ ਅਸਲੀ ਤਸਵੀਰ ਜਿਹੜੀ ਆ 20 ਜੂਨ ਨੂੰ ਸਾਹਮਣੇ ਆਵੇਗੀ। ਇਹ ਜਿਹੜੀ ਤਸਵੀਰਾਂ ਤੁਸੀਂ ਬਣਦੀਆਂ ਦਿਖਾਈ ਦੇ ਰਹੀ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਇਹ ਤਸਵੀਰਾਂ ਜਿਹੜੀਆਂ ਤੁਸੀਂ ਕਹੇ ਸਿਆਸੀ ਸਮੀਕਰਨ ਜਿਹੜੇ ਬਣ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਲੱਗ ਸਕਦਾ ਹੈ। ਇਹ ਸਾਰੇ ਜਣੇ ਇਕੱਠੇ ਹੋ ਕੇ ਜਿਸ ਤਰੀਕੇ ਦੀ, ਕਿਉਂਕਿ ਹਾਈ ਕਮਾਨ ਦੇ ਵਿੱਚ 2-3 ਬੰਦੇ ਇਹੋ ਜਿਹੇ ਆ, ਜੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਗੱਲ ਕਰੀ, ਜੋ ਠੋਕ ਕੇ ਨਵਜੋਤ ਸਿੰਘ ਸਿੱਧੂ ਦੀ ਸਪੋਰਟ ਕਰਦੇ ਆ, ਕਿ ਇਹ ਸਾਰੇ ਜਣੇ ਇਕੱਠੇ ਹੋ ਕੇ ਇੱਥੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਧੱਕਾ ਜਾਂ ਢਾਹ ਲਾ ਸਕਦੇ। ਜੇ ਤੇ ਪੰਜਾਬ ਦੇ ਪੱਧਰ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ ਨੂੰ ਅੱਜ ਦੀ ਢਾਹ ਥੋੜਾ ਲੱਗੀ, ਉਹ ਤਾਂ 3 ਸਾਲ ਤੋਂ ਵਿਚਾਰਾ ਘਰ ਬੈਠਾ, ਉਹਨੂੰ ਢਾਹ ਤੇ 2-2.5 ਸਾਲ ਪਹਿਲਾਂ ਦੀ ਲੱਗੀ ਹੈ ਜਦੋਂ ਉਸਨੂੰ ਨਕਾਰਾ ਕਰਕੇ ਘਰ ਭੇਜ ਦਿੱਤਾ। ਔਰ ਜੇਕਰ ਨਵਜੋਤ ਸਿੱਧੂ ਹੁਣੀ ਇਸ ਵੇਲੇ ਕਾਂਗਰਸ ਦੀ ਸਰਗਰਮ ਰਾਜਨੀਤੀ ਵਿੱਚ ਹਨ ਤਾਂ ਕੇਵਲ ਆਪਣੇ ਉਹ 2 ਉੱਚ ਕੋਟੀ ਦੇ ਜਿਹੜੇ ਸਮਰਥਕ ਨੇ ਉਹਨਾਂ ਕਰਕੇ ਹੀ ਉਹ ਉਸ ਸਥਿਤੀ ਵਿੱਚ ਹਨ ਜਿਹੜੀ ਸਥਿਤੀ ਤੁਸੀਂ ਬਿਆਨ ਕਰ ਰਹੇ ਜੇ ਕਿ ਸਰਗਰਮ ਰਾਜਨੀਤੀ। ਬਾਕੀ ਨਵਜੋਤ ਸਿੱਧੂ ਨੂੰ ਧੱਕਾ ਲਾਉਣਾ ਇੰਨਾ ਸੌਖਾ ਇਹਨਾਂ ਵਾਸਤੇ ਨਹੀਂ ਹੈ। ਇਹ ਆਪਣੇ ਪੱਧਰ ਤੇ ਜ਼ੋਰ ਜਿਹੜਾ ਉਹ ਲਾ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਜਿਸ ਤਰੀਕੇ ਨਾਲ ਇੱਕ ਵਾਰੀ ਇੱਕ ਨਿੱਜੀ ਚੈਨਲ ਇੰਟਰਵਿਊ ਦੌਰਾਨ ਕਿਹਾ ਗਿਆ ਕਿ ਮੇਰੇ ਵਾਸਤੇ ਨਵਜੋਤ ਸਿੱਧੂ ਦੇ ਕਾਂਗਰਸ ਦੇ ਦਰਵਾਜ਼ੇ ਬੰਦ ਨੇ, ਉਸ ਤੋਂ ਮਗਰੋਂ ਵੀ ਨਵਜੋਤ ਸਿੱਧੂ ਵੱਲੋਂ ਆਪਣੀ ਜਿਹੜੀ ਆ ਚਾਂਦਮਾਰੀ ਉਹ ਸਟਾਰਟ ਰਹੀ, ਉਸੇ ਤਰ੍ਹਾਂ ਗੱਲਬਾਤ ਹੁੰਦੀ ਰਹੀ, ਔਰ ਉਹ ਕੁਝ ਵੀ ਉਸ ਦਾ ਨਹੀਂ ਕਰ ਸਕੇ। ਸੋ ਇਹ ਤਾਂ ਹੋ ਸਕਦਾ ਕਿ ਇੱਕ ਪ੍ਰੈਸ਼ਰ ਜਿਹੜਾ ਨਵਜੋਤ ਸਿੱਧੂ ਨੂੰ ਬਣਾ ਕੇ ਪਰੇਸ਼ਾਨ ਕਰਨ। ਬਾਕੀ ਹਾਂ, ਜੇ ਤੁਸੀਂ ਇਹ ਕਹੋ ਕਿ ਨਵਜੋਤ ਸਿੱਧੂ ਨੂੰ ਇਹਨਾਂ ਦੇ ਆਪਸੀ ਸਾਫਬੰਦੀ ਜਾਂ ਕਿਲਾਬੰਦੀ ਕਰਕੇ ਕੋਈ ਖਤਰਾ ਹੋ ਸਕਦਾ ਤਾਂ ਅਜਿਹੀ ਸੰਭਾਵਨਾ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹਦੇ 2 ਕੱਟੜ ਸਮਰਥਕ ਰਾਹੁਲ ਗਾਂਧੀ ਔਰ ਪ੍ਰਿਅੰਕਾ ਗਾਂਧੀ ਮਜ਼ਬੂਤ ਨੇ, ਔਰ ਉਹਨਾਂ ਦੇ ਸਾਹਮਣੇ ਬੋਲਣਾ ਜਾਂ ਉਹਨਾਂ ਨੂੰ ਆਪਣੀ ਸਲਾਹ ਦੇ ਕੇ ਆਪਣੇ ਵੱਲ ਕਰਨਾ ਸ਼ਾਇਦ ਇਹ ਸ਼ਮਸ਼ੇਰ ਸਿੰਘ ਦੂਲੋ ਜਾਂ ਪ੍ਰਤਾਪ ਸਿੰਘ ਬਾਜਵਾ ਅਜੇ ਉਹਦੇ ਸਮਰੱਥ ਨਹੀਂ ਨੇ। ਠੀਕ ਆ, ਅਖਬਾਰੀ ਬਿਆਨਬਾਜ਼ੀ ਹੁੰਦੀ ਹੈ। ਬਾਕੀ ਸਭ ਤੋਂ ਜ਼ਿਆਦਾ ਸ਼ਬਦ ਜਿਹੜਾ ਨਾ ਮੈਨੂੰ ਸਿੱਧੂ ਸਾਹਿਬ ਜਿਹੜਾ
ਹੈਰਾਨਗੀ ਜਿਹਨੇ ਮੈਨੂੰ ਪ੍ਰਗਟ ਕੀਤੀ ਉਹ ਸੀ ਟਕਸਾਲੀ ਸ਼ਬਦ। ਮਤਲਬ ਮੈਂ ਇਹ ਦੁਬਾਰਾ ਇਸ ਵੱਲ ਆਉਣਾ ਕਿ ਟਕਸਾਲੀ ਅਸਲ 'ਚ ਹੈ ਕੌਣ? ਟਕਸਾਲੀ ਵੇਖੋ, ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀ, ਹਾਲਾਂਕਿ ਉਹ ਚਰਚਾ ਦਾ ਵਿਸ਼ਾ ਨਹੀਂ ਹੈ। ਉਹਦੇ 'ਚ ਵੀ ਟਕਸਾਲੀ, ਹੁਣ ਟਕਸਾਲੀ ਬਾਦਲ ਸਾਹਿਬ ਕਹਿਣਗੇ ਮੈਂ 25 ਸਾਲ 30 ਸਾਲ ਮੁੱਖ ਮੰਤਰੀ, ਟਕਸਾਲੀ ਮੈਂ। ਬ੍ਰਹਮਪੁਰ ਹੁਣ ਕਹਿੰਦੇ ਟਕਸਾਲੀ ਮੈਂ। ਕਾਂਗਰਸ ਦੀ ਗੱਲ ਕਰ ਲਓ, ਕਾਂਗਰਸ ਦੇ ਵਿੱਚ ਹੁਣ ਟਕਸਾਲੀ ਇੱਕ ਨਵਾਂ ਸ਼ਬਦ ਆ ਗਿਆ। ਪੰਜਾਬ ਦੀ ਸਿਆਸਤ ਦੇ ਵਿੱਚ ਟਕਸਾਲੀ ਸ਼ਬਦ ਦਾ ਜਿਹੜਾ ਇਸਤੇਮਾਲ ਜ਼ਿਆਦਾ ਹੋਣ ਲੱਗ ਗਿਆ ਅੱਜ ਕੱਲ੍ਹ, ਉਹ ਵੀ ਅਹੁਦਿਆਂ ਦੀ ਪ੍ਰਾਪਤੀ ਦੇ। ਬਿਲਕੁਲ ਬਿਲਕੁਲ, ਅਹੁਦਿਆਂ ਦੀ ਪ੍ਰਾਪਤੀ ਵਾਸਤੇ। ਔਰ ਰਵਨੀਤ ਬਿੱਟੂ ਵੱਲੋਂ ਜਿਹੜਾ ਟਕਸਾਲੀ ਸ਼ਬਦ ਉਚਾਰਿਆ ਗਿਆ, ਔਰ ਪ੍ਰਤਾਪ ਸਿੰਘ ਵੱਲੋਂ ਬੜੀ ਇੱਕ ਸੋਚੀ। ਬਿੱਟੂ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਜਿਹਦੀ ਅਗਵਾਈ ਕਬੂਲਦੇ ਹੋ, ਜਿਹਨੂੰ ਕਹਿੰਦੇ ਹੋ ਕਿ ਮਿਸ਼ਨ 2022 ਦੇ ਫਤਿਹ ਦੇ ਵਿੱਚ ਅਗਵਾਈ ਉਹਦੀ ਹੀ ਚਾਹੀਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ, ਕੀ ਉਹ ਟਕਸਾਲੀ ਹੈ? ਕਿ ਉਹਨਾਂ ਨੇ ਵੱਖਰੀ ਪਾਰਟੀ ਨਹੀਂ ਸੀ ਬਣਾਈ? ਕਿ ਉਹਨਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਨਹੀਂ ਸੀ ਗਏ? ਇਹ ਵੀ ਗੱਲ ਸੋਚਣ ਵਾਲੀ ਹੈ, ਇਹਨਾਂ ਨੂੰ ਪੁੱਛਣ ਵਾਲੀ ਹੈ ਕਿ ਤੁਸੀਂ ਭਾਈ ਇਹਨਾਂ ਨੂੰ ਟਕਸਾਲੀ ਸਮਝਦੇ ਹੋ? ਪ੍ਰਸ਼ਨ ਤਾਂ ਇਹ ਹੈ ਨਾ ਸਿੱਧੂ ਸਾਹਿਬ, ਕਿ ਇਸ ਵੇਲੇ ਉਹ ਸਮਰੱਥਾ 'ਚ ਹੀ ਨਹੀਂ ਹੈਗੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਹ ਪ੍ਰਸ਼ਨ ਕੀਤੇ ਜਾ ਸਕਣ। ਜੇਕਰ ਤੁਸੀਂ ਇਹੋ ਜਿਹਾ ਇਤਿਹਾਸ ਤੁਸੀਂ ਫੋਲੋਗੇ ਤਾਂ ਇਤਿਹਾਸ ਤਾਂ ਸਿੱਧੂ ਸਾਹਿਬ ਬੜੀ ਦੂਰ ਜਾਂਦਾ, 1802 ਦੇ ਵਿੱਚ ਵੀ ਚਲੇ ਜਾਂਦਾ, ਜਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਹੁੰਦਾ, ਕਿ ਜਦੋਂ ਪਟਿਆਲਾ ਰਿਆਸਤ ਨੇ ਕਿਸ ਤਰੀਕੇ ਨਾਲ ਅੰਗਰੇਜ਼ਾਂ ਦੀ ਸਹਾਇਤਾ ਕੀਤੀ, ਔਰ ਅਹਿਮਦ ਸ਼ਾਹ ਅਬਦਾਲੀ ਨਾਲ ਉਹ ਤੁਰੇ ਰਹੇ, ਔਰ ਸਿੱਖ ਰਾਜ ਕਿਸ ਤਰ੍ਹਾਂ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਕਿਸ ਤਰੀਕੇ ਨਾਲ ਖਤਮ ਹੋਏ। ਇੰਨੀ ਦੂਰ ਨਾ ਜਾਈਏ, ਜੇ ਇਹਨਾਂ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ, ਕੈਪਟਨ ਦੇ ਕਾਂਗਰਸ ਛੱਡਣ ਦੇ ਬਾਵਜੂਦ, ਵੱਖਰੀ ਪਾਰਟੀ ਬਣਾਉਣ ਦੇ ਬਾਵਜੂਦ, ਅਕਾਲੀ ਦਲ 'ਚ ਜਾਣ ਦੇ ਬਾਵਜੂਦ, ਜਦੋਂ ਨੂੰ ਟਕਸਾਲੀ ਮੰਨਿਆ ਜਾ ਸਕਦਾ, ਤਾਂ ਫਿਰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪਿਤਾ ਵੀ ਜਿਹੜੇ ਹੈ ਉਹ ਵੀ ਕਾਂਗਰਸ ਦੇ ਵਿੱਚ ਰਹੇ ਆ। ਤੇ ਜਦੋਂ ਐਂਟਰੀ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੀ ਮਾਂ ਪਾਰਟੀ ਕਾਂਗਰਸ ਹੈ, ਜਿਹੜੇ ਨਵਜੋਤ ਸਿੰਘ ਸਿੱਧੂ ਆ, ਤਾਂ ਫਿਰ ਉਹ ਵੀ ਇੱਕੋ ਹੀ ਪਾਰਟੀ ਦੇ ਵਿੱਚੋਂ ਆਏ, ਕਿਉਂਕਿ ਸਿਆਸਤ ਦੇ ਵਿੱਚ ਉਧਰ ਐਂਟਰੀ ਹੋਈ ਤੇ ਇੱਧਰ ਆ ਕੇ ਹੁਣ ਕਾਂਗਰਸ ਦੇ ਵਿੱਚ, ਫਿਰ ਤਾਂ ਇਹ ਵੀ ਟਕਸਾਲੀ ਬਣਦੇ ਆ ਜੇ ਪਰਿਵਾਰਾਂ ਦੀ ਗੱਲ ਕਰੀਏ। ਸਿੱਧੂ ਸਾਹਿਬ ਇਹ ਤਾਂ ਇੱਕ ਨਵਾਂ, ਚਲੋ ਤੁਸੀਂ ਤਾਂ ਕਿਸੇ ਹੋਰ ਟਕਸਾਲੀ ਪਰਿਵਾਰ ਦੀ ਡੈਫੀਨੇਸ਼ਨ ਦੇ ਦਿੰਦੇ ਪਏ ਆ। ਚਲੋ ਮੈਂ ਕਹਿੰਦਾ ਮੰਨ ਲਓ ਕਾਂਗਰਸ, ਇਹ ਜਿਹੜਾ ਤੁਸੀਂ ਬਿਆਨ ਕੀਤਾ ਇਹਦੇ ਆਧਾਰ ਤੇ ਉਹ ਕਹਿ ਦੇਣਗੇ ਹਾਂ ਵੀ ਇਹ ਟਕਸਾਲੀ। ਕੱਲ੍ਹ ਨੂੰ ਉਹਨਾਂ ਕੋਲ ਇਹ ਵੀ ਬਿਆਨ ਹੈਗਾ, ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਅੱਜ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵੇਖੋ ਸਾਡੇ ਪਰਿਵਾਰ ਅੱਤਵਾਦ ਦੇ ਦੌਰ 'ਚ ਅਸੀਂ ਮਰੇ ਹਾਂ, ਅਸੀਂ ਮੇਰੇ ਪਿਤਾ ਜੀ ਸ਼ਹੀਦ ਹੋਏ ਨੇ। ਹੁਣ ਫਿਰ ਜ਼ਿਆਦਾ ਨਵਜੋਤ ਸਿੱਧੂ ਦਾ ਵੀ ਕੋਈ ਮਤਲਬ ਕਹਿਣਾ ਨਹੀਂ ਚਾਹੀਦਾ, ਉਹਦਾ ਵੀ ਕੋਈ ਸ਼ਹੀਦ ਹੋਇਆ ਹੁੰਦਾ, ਉਹ ਵੀ ਕਹਿ ਸਕਦਾ ਕਿ ਅਸੀਂ ਕਾਂਗਰਸ ਪਾਰਟੀ ਵਾਸਤੇ ਜਾਨ ਦਿੱਤੀ। ਇਸ ਦਾ ਮਤਲਬ ਫਿਰ ਤਿੰਨ ਪਰਿਵਾਰ ਹੀ ਅਸਲੀ ਟਕਸਾਲੀ ਨੇ। ਜਿਸ ਤਰ੍ਹਾਂ ਇੱਕ ਪਾਸੇ ਤਾਂ ਰਾਹੁਲ ਗਾਂਧੀ ਦਾ ਵੀ ਇਹੀ ਰੱਟ ਲਾਈ ਰੱਖਦੇ ਆ ਕਿ ਮੇਰੇ ਦਾਦੇ ਨੇ ਸ਼ਹੀਦ। ਵੀ ਹੁਣ ਆਪਣੀ ਪ੍ਰਾਪਤੀ ਰਵਨੀਤ ਸਿੰਘ ਬਿੱਟੂ ਗਿਣਾ ਨਹੀਂ ਰਹੇ, ਪ੍ਰਤਾਪ ਸਿੰਘ ਬਾਜਵਾ ਆਪਣੀ ਪ੍ਰਾਪਤੀ ਕੋਈ ਦੱਸ ਨਹੀਂ ਰਹੇ, ਇਹੀ ਦੱਸੀ ਜਾ ਰਿਹਾ ਕਿ ਸਾਡੇ ਪਰਿਵਾਰ ਸ਼ਹੀਦ ਹੋ ਗਏ। ਹੁਣ ਤੁਸੀਂ ਦੇਖ ਲਓ ਕਿ ਇੱਥੇ ਜਿਹੜੇ ਸ਼ਹੀਦ ਆਜ਼ਮ ਊਧਮ ਸਿੰਘ ਜਿਹੜੇ ਹੈ, ਉਹ ਵੀ ਜਿਹੜੇ ਉਹਨਾਂ ਦੇ ਵੀ ਜਿਹੜੇ ਹੋਰ ਜਿਹੜੇ ਬੱਚੇ ਆ ਉਹਨਾਂ ਦੇ ਜਿਹਨੀ ਭਤੀਜੇ ਜਿਹੜੀ ਉਹ ਵੀ ਰੁੜ ਰਹੇ ਆ ਇੱਥੇ। ਉਹਨਾਂ ਤੋਂ ਵੱਡਾ ਸ਼ਹੀਦ ਕਿਹੜਾ ਹੋ ਗਿਆ? ਜੇ ਉਹਨਾਂ ਦੇ ਪਰਿਵਾਰ ਰੁੜ ਰਹੇ ਆ ਤਾਂ ਫਿਰ ਇਹ ਕਿਵੇਂ ਕੁਰਸੀਆਂ ਭਾਲ ਰਹੇ? ਨਹੀਂ, ਉਹ ਕੁਰਸੀਆਂ ਅਸਲ 'ਚ ਸਿੱਧੂ ਸਾਹਿਬ ਤੁਸੀਂ ਇਸ ਸਾਰੇ ਸਿਨੈਰੀਓ ਨੂੰ ਸਮਝਦੇ ਨਹੀਂ। ਦੇਖੋ ਜੇ ਕੋਈ ਉੱਤੋਂ ਗੱਲ ਹੈ, ਉੱਤੋਂ ਵੀ ਤਾਂ ਸ਼ਹੀਦਾਂ ਦਾ ਪਰਿਵਾਰ ਹੀ ਹੈ ਨਾ। ਰਾਜੀਵ ਗਾਂਧੀ ਵੀ ਜਦੋਂ ਉਹ ਬੰਬ ਬਲਾਸਟ ਮਰੇ ਤਾਂ ਉਹ ਵੀ ਸ਼ਹੀਦ ਹੋ ਗਏ, ਤਾਂ ਉਹ ਸ਼ਹੀਦ ਹੋ ਗਏ ਤੇ ਫਿਰ ਪ੍ਰਧਾਨਗੀ ਤੌਰ ਤੇ ਜੇਕਰ ਕਾਂਗਰਸ ਪਾਰਟੀ ਕੋਲ ਰਹਿਣੀ ਚਾਹੀਦੀ ਫਿਰ ਪੰਜਾਬ ਦੀ ਵੀ ਪ੍ਰਧਾਨਗੀ ਜਾਂ ਪੰਜਾਬ ਦੇ ਪ੍ਰਧਾਨਗੀ ਪਦ ਜਿਹੜੇ ਨੇ ਉਹ ਸਾਰੇ ਫਿਰ ਉਹਨਾਂ ਕੋਲ ਰਹਿਣੇ ਚਾਹੀਦੇ ਨੇ। ਪਰ ਸਿੱਧੂ ਸਾਹਿਬ ਉਸ ਸਮੇਂ ਦੇ ਵਿੱਚ ਕੇਵਲ ਇਹਨਾਂ ਦੋ ਪਰਿਵਾਰਾਂ ਦੇ ਬੰਦੇ ਸ਼ਹੀਦ ਨਹੀਂ ਹੋਏ, ਉਹਨਾਂ 'ਚ ਆਮ ਕਾਂਗਰਸੀ ਵਰਕਰ ਵੀ ਮਰੇ, ਆਮ ਪੰਜਾਬ ਦੇ ਲੋਕ ਵੀ ਮਰੇ ਨੇ। ਉਹਨਾਂ ਦੀ ਬਾਂਹ ਕਿਹੜੀ ਸਰਕਾਰ ਨੇ ਫੜੀ ਆ? ਸ਼ਹੀਦ ਨੂੰ ਪਰਿਭਾਸ਼ਿਤ ਕਰਨ ਨੂੰ ਕੋਸ਼ਿਸ਼ ਨਾ ਹੀ ਕਰੀਏ ਤਾਂ ਚੰਗਾ, ਕਿਉਂਕਿ ਜਦੋਂ ਅਸੀਂ ਸ਼ਹੀਦ ਦੀ ਪਰਿਭਾਸ਼ਾ ਨੂੰ ਲੱਭਣ ਦਾ ਯਤਨ ਕਰਦੇ ਹਾਂ ਤਾਂ ਉਹ ਮੇਰੇ ਵਾਸਤੇ ਸ਼ਹੀਦ ਕੁਝ ਹੋ ਸਕਦਾ, ਕੋਈ ਹੋਰ ਸਕਦਾ, ਦੂਜੇ ਧਿਰ ਵਾਸਤੇ ਕੋਈ ਹੋ ਸਕਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਮੇਂ ਦੇ ਉਸ ਦੌਰ 'ਚ ਸ਼ਹੀਦਾਂ ਦੇ ਭੋਗਾਂ ਤੇ ਜਾਂਦੇ ਸੀ ਤਾਂ ਉਹਨਾਂ ਨੂੰ ਪੁੱਛੋ ਕਿ ਉਹ ਸ਼ਹੀਦ ਸਮਝ ਕੇ ਇਹ ਸ਼ਹੀਦ ਸਨ। ਸੋ ਇਹ ਕਹਾਣੀਆਂ ਜਿਹੜੀਆਂ ਨਾ ਬੜੀਆਂ ਹੋਰ ਉਲਝੀਆਂ ਪਈਆਂ ਨੇ। ਇਹ ਕੇਵਲ ਔਰ ਕੇਵਲ ਆਪਣੀ ਸੌੜੀ ਰਾਜਨੀਤੀ ਨੂੰ ਪੂਰਾ ਕਰਨ ਵਾਸਤੇ, ਅਹੁਦਿਆਂ ਦੀ ਭੁੱਖ ਵਾਸਤੇ ਇਹੋ ਜਿਹੇ ਜਿਹੜੇ ਛੁਰਦੀਆਂ ਜਿਹੜੀਆਂ ਛੱਡੀਆਂ ਜਾ ਰਹੀਆਂ। ਔਰ ਕੇਵਲ ਦੇਖੋ ਰਵਨੀਤ ਬਿੱਟੂ ਛੱਡ ਸਕਦਾ, ਕਿਉਂਕਿ ਰਵਨੀਤ ਬਿੱਟੂ ਦੀ ਗੱਲ ਹੋਰ ਤਰੀਕੇ ਦੀ ਆ, ਉਹ ਉਸ ਪੱਧਰ ਤਾਂ ਨਹੀਂ ਆ। ਪਰ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇਹ ਦੋ ਇਸ਼ੂ ਉਠਾਏ ਨੇ, ਇਹਦੇ ਉੱਤੇ ਹਾਰਾ ਨਹੀਂ ਪੈਦਾ ਹੋਣਾ ਸੁਭਾਵਿਕ ਆ, ਕਿਉਂਕਿ ਆਦਮੀ ਕੋਈ ਵੀ ਵਿਅਕਤੀ ਜਿਹੜਾ ਆ ਕਿਸ ਹੱਦ ਤੱਕ ਜਾ ਸਕਦਾ। ਸੋ ਇਹ ਗੱਲਾਂ ਤੋਂ ਜਿਹੜੀ ਇਹ ਚੀਜ਼ ਜਿਹੜੀ ਆ, ਜੇਕਰ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ ਤਾਂ ਬਾਗੀ ਧੜਾ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਦਾ ਸੀ। ਅੱਜ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਵੀ ਇੱਕ ਵਾਰ ਫਿਰ ਤੋਂ ਕੁਲਬੀਰ ਸਿੰਘ ਜੀਰਾ ਦੇ ਘਰ ਦੇ ਵਿੱਚ ਬੈਠ ਕੇ ਕਹਿੰਦੇ ਮੀਟਿੰਗ ਕੀਤੀ ਗਈ ਹੈ। ਇਹ ਕਿਸ ਸੰਦਰਭ ਦੇ ਵਿੱਚ ਜਿਹੜੀ ਮੀਟਿੰਗ ਹੋਈ? ਇਹ ਮੀਟਿੰਗ ਜਿਹੜੀ ਆ ਉਸੇ ਸੰਦਰਭ 'ਚ ਹੋ ਰਹੀ ਹੈ ਜਿਸ ਤਰੀਕੇ ਨਾਲ ਅਫਵਾਹਾਂ ਜਿਹੜੀਆਂ ਨੇ, ਅਸੀਂ ਕਹਿੰਦੇ ਪ੍ਰਤਾਪ ਬਾਜਵੇ ਦੀ ਜਿਹੜੀ ਅਸਲ 'ਚ ਗੱਲ ਹੈ ਨਾ, ਪ੍ਰਤਾਪ ਬਾਜਵੇ ਦੀ ਜਿਸ ਤਰੀਕੇ ਨਾਲ ਐਂਟਰੀ ਹੋਈ ਆ ਉਹਦੇ ਸੰਦਰਭ 'ਚ ਨਵੀਂ ਰਣਨੀਤੀ ਕੀ ਹੋ ਸਕਦੀ ਆ। ਕਿਉਂਕਿ ਕੱਲ੍ਹ ਰਾਹੁਲ ਗਾਂਧੀ ਦੇ ਜਨਮ ਦਿਨ ਆ, ਪਰਸੋਂ 20 ਤਰੀਕ ਨੂੰ ਸੰਭਾਵੀ ਤੌਰ ਤੇ ਇਹਨਾਂ ਸਾਰੇ ਨੇਤਾਵਾਂ ਨੇ ਉੱਥੇ ਜਾ ਕੇ ਪੇਸ਼ ਹੋਣਾ। ਹੁਣ ਚਰਨਜੀਤ ਸਿੰਘ ਚੰਨੀ ਕਿਉਂਕਿ ਦਲਿਤ ਵਰਗ ਦੀ ਨੁਮਾਇੰਦਗੀ ਕਰਦੇ ਨੇ, ਔਰ ਇਹ ਗੱਲ ਪੱਕੀ ਆ ਕਿ ਇਸ ਸਾਰੇ ਐਪੀਸੋਡ ਦੇ ਵਿੱਚ ਹੋ ਸਕਦਾ ਕਿ ਕਾਂਗਰਸ ਹਾਈਕਮਾਨ ਕਿਸੇ ਦਲਿਤ ਨੂੰ ਕਿਤੇ ਅੱਗੇ ਲਿਆਵੇ, ਜਿਹਦੇ ਵਿੱਚ ਰਾਜਕੁਮਾਰ ਵੇਰਕੇ ਦਾ ਨਾਮ ਹੀ ਚੱਲਦਾ ਪਿਆ ਜਾਂ ਹੋਰ ਬੰਦਿਆਂ ਦਾ ਵੀ ਨਾਂ ਜਿਹੜਾ ਉਹ ਸਾਹਮਣੇ ਆ ਰਿਹਾ। ਤਾਂ ਇਹ ਇੱਕ ਰਣਨੀਤੀ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਇਹ ਜਿਸ ਤਰ੍ਹਾਂ ਅਰੁਣਾ ਚੌਧਰੀ ਨੂੰ
ਜਿਹੜੇ ਮੰਤਰੀ ਨੇ ਉਹਨਾਂ ਨੂੰ, ਕਿਉਂਕਿ ਉਹ ਕੈਪਟਨ ਦੇ ਵਿਰੋਧੀ ਗਿਣੇ ਜਾਂਦੇ ਨੇ, ਉਹਨਾਂ ਨੂੰ ਸਾਈਡਲਾਈਨ ਕਰਦੇ ਜਾਂ ਚਰਨ ਸਿੰਘ ਚੰਨੀ ਦੇ ਖਿਲਾਫ ਕੋਈ ਜੋ ਹੀ ਸ਼ਫਲਿੰਗ ਹੋਣੀ ਆ ਤਾਂ ਬੜਾ ਕੁਝ ਇਹੋ ਜਿਹਾ ਹੋਣਾ ਕਿ ਮੰਤਰੀਆਂ ਦੇ ਅਹੁਦੇ ਬਦਲੇ ਜਾ ਸਕਦੇ ਆ, ਮਹਿਕਮੇ ਬਦਲੇ ਜਾ ਸਕਦੇ ਆ, ਮੰਤਰੀ ਨਵੇਂ ਆ ਸਕਦੇ ਆ। ਤਾਂ ਉਹ ਸਾਰੀ ਰਣਨੀਤੀ ਜਿਹੜੀ 20 ਤਰੀਕ ਦੇ ਆਧਾਰ ਤੇ ਆ, ਉਹਦੇ ਵਾਸਤੇ ਜਿਹੜੀ ਇਹ ਅੱਜ ਦੀ ਮੀਟਿੰਗ ਜਿਹੜੀ ਆ ਵਿਧਾਇਕਾਂ ਵੱਲੋਂ ਕਿਲਾਬੰਦੀ ਜਿਹੜੀ ਉਹ ਕਰਨੀ ਸ਼ੁਰੂ ਹੋਈ ਹੈ, ਜਿਹਦੇ ਵਿੱਚ ਸੁਖਜਿੰਦਰ, ਕਿਉਂਕਿ ਸੁਖਜਿੰਦਰ ਦਾ ਇਹਦੇ ਪੀਏ ਉੱਤੇ ਵੀ ਆ। ਅੱਜ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਫਿਰ ਬਾਅਦ ਚ ਕੈਬਨਿਟ ਮੀਟਿੰਗ 20 ਤੋਂ ਬਾਅਦ ਹੋਣੀ ਹੈ, ਤਾਂ ਉਹ ਵੀ ਸ਼ਾਇਦ ਨਵੇਂ ਮੰਤਰੀ ਚਿਹਰਿਆਂ ਦੇ ਨਾਲ ਹੋਵੇ। ਸੋ ਆਉਣ ਵਾਲੇ ਦਿਨਾਂ ਦੀ ਜਿਹੜੀ ਸੰਭਾਵੀ ਰਾਜਨੀਤੀ ਆ ਉਹਨੂੰ ਫੇਸ ਕਿਵੇਂ ਕਰਨਾ, ਉਹਨੂੰ ਸਾਹਮਣਾ ਉਹਦਾ ਕਿਵੇਂ ਕਰਨਾ, ਇਸ ਕਰਕੇ ਵਿਰੋਧੀ ਧਿਰ ਦੇ ਕੁਝ ਨੇਤਾਵਾਂ ਇਹ ਵੀ ਫਿਰ ਜਿਵੇਂ ਨਵਜੋਤ ਸਿੰਘ ਸਿੱਧੂ, ਇਹਨਾਂ ਦੀ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ, ਰਾਣਾ ਸੋਢੀ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇੱਕੋ ਫਰੇਮ ਦੇ ਵਿੱਚ ਦੋਵੇਂ ਜਣੇ ਕੈਪਟਨ ਤੇ ਬਾਜਵਾ ਇਕੱਠੇ ਹੋਣਗੇ, ਜਲਦ ਹੀ ਇਕੱਠੇ ਹੋਣਗੇ, ਇੱਕੋ ਫਰੰਟ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ। ਤੇ ਯਾਨੀ ਬੇਸ਼ੱਕ ਬਾਜਵਾ ਮੁੱਕਰ ਰਹੇ ਹੋਣ, ਪਰ ਉਧਰੋਂ ਜਿਹੜੀਆਂ ਕੋਸ਼ਿਸ਼ਾਂ, ਕਹਿਣ ਦਾ ਭਾਵ ਉਹਨਾਂ ਦਾ ਜਾਰੀ ਨੇ ਕਿ ਇਕੱਠੇ ਹੋਣ। ਤਾਂ ਫਿਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ, ਬੇਸ਼ੱਕ ਔਖੀ ਹੈ, ਪਰ ਉਸੇ ਤਰੀਕੇ ਨਾਲ ਫਿਰ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਫਿਰ ਇਸੇ ਸੰਦਰਭ ਦੇ ਵਿੱਚ ਢਾਹ ਲੱਗ ਸਕਦੀ ਹੈ। ਤੁਸੀਂ ਇਹ ਜਿਹੜਾ ਪ੍ਰਸ਼ਨ ਮੈਨੂੰ ਕੀਤਾ, ਇਹ 'ਚ ਇੱਕ ਲਾਈਨ ਛੱਡ ਕੇ ਜੇ, ਜਦੋਂ ਰਵਨੀਤ ਬਿੱਟੂ ਨੂੰ ਇਹ ਗੱਲ ਪੁੱਛੀ ਗਈ ਕਿ ਕਿਸ ਤਰੀਕੇ ਨਾਲ ਹੋਏਗਾ, ਉਸ ਫਰੇਮ 'ਚ ਸਾਰੇ ਆ ਜਾਣਗੇ, ਤਾਂ ਉਹ ਗੱਲ ਸੀ ਰਵਨੀਤ ਬਿੱਟੂ ਪੱਤਰਕਾਰ ਨੂੰ ਇਹ ਜਵਾਬ ਦੇ ਰਿਹਾ ਸੀ ਕਿ ਹਾਂਜੀ ਉਸ ਫਰੇਮ 'ਚ ਬਾਜਵਾ ਸਾਹਿਬ ਤੇ ਕੈਪਟਨ ਸਾਹਿਬ ਆ ਸਕਦੇ ਆ, ਨਵਜੋਤ ਸਿੱਧੂ ਵੱਲੋਂ ਮੈਂ ਨਹੀਂ ਕੁਝ ਕਹਿ ਸਕਦਾ। ਤਾਂ ਇਹ ਜਿਹੜੇ ਉਹਦੇ ਬੋਲ ਸੀ, ਇਹ ਨਵਜੋਤ ਸਿੱਧੂ ਪ੍ਰਤੀ ਉਹਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਇੱਕ ਜੈਲਸ ਭਾਵਨਾ ਜਿਹੜੀ ਹੈ, ਜੈਲਸ ਦੀ ਭਾਵਨਾ ਉਹ ਸਾਹਮਣੇ ਆਉਂਦੀ ਹੈ ਕਿ ਬੰਦਾ ਉਸ ਕੱਦ ਕਾਠ ਦਾ ਨੇਤਾ ਹੋਣ ਦੇ ਬਾਵਜੂਦ ਵੀ ਜੇਕਰ ਅਜਿਹੀਆਂ ਗੱਲਾਂ ਕਰਦਾ ਤਾਂ ਇਹ ਸਮਝ ਲਓ ਕਿ ਉਹਨਾਂ ਨੂੰ ਕਿੰਨਾ ਖਤਰਾ ਜਿਹੜਾ ਨਵਜੋਤ ਸਿੱਧੂ ਕੋਲ ਮਹਿਸੂਸ ਹੋ ਰਿਹਾ। ਔਰ ਅਸਲ ਵਿੱਚ ਮੈਂ ਇੱਕ ਹੋਰ ਗੱਲ ਇਹ ਕਰਨੀ ਚਾਹਾਂਗਾ ਤੁਹਾਡੇ ਨਾਲ ਕਿ ਜਿਹੋ ਜਿਹੀਆਂ ਸਥਿਤੀਆਂ ਬਣ ਗਈਆਂ ਨੇ, ਨਵਜੋਤ ਸਿੱਧੂ ਪਾਰਟੀ ਦੇ ਵਿੱਚ ਹੁਣ ਰਹਿੰਦਾ ਜਾਂ ਨਹੀਂ ਰਹਿੰਦਾ, ਔਰ ਜਿਸ ਤਰੀਕੇ ਨਾਲ ਉਹਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ, ਉਹਦਾ ਜਿਹੜਾ ਸਿੱਟੇ ਜਿਹੜੇ ਨੇ ਉਹ ਮਾੜੇ ਨਿਕਲਣਗੇ। ਜੇ ਨਵਜੋਤ ਸਿੱਧੂ ਨੂੰ ਸਾਈਡਲਾਈਨ ਕੀਤਾ ਜਾਂਦਾ ਇਹਨਾਂ ਦਾ ਪ੍ਰੈਸ਼ਰ ਦੇ ਨਾਲ ਜਾਂ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ, ਜਿਸ ਤਰੀਕੇ ਨਾਲ ਹਰ ਬੰਦਾ ਹੀ ਨਵਜੋਤ ਸਿੱਧੂ ਦੇ ਖਿਲਾਫ ਚਤਰਾ ਹੋਇਆ ਜਾਂਦਾ, ਤਾਂ ਇਹ ਸਿੱਟਾ ਮੈਨੂੰ ਉਸੇ ਤਰ੍ਹਾਂ ਹੀ ਨਜ਼ਰੀ ਆਉਂਦਾ ਕਿ ਜਿਵੇਂ ਇੱਕ ਵਾਰੀ ਪਿੱਛੇ ਵੀ ਇੱਕ ਵਾਰੀ ਵਿਚਾਰ ਚਰਚਾ 'ਚ ਗੱਲ ਕੀਤੀ ਸੀ ਗੁਰਚਰਨ ਸਿੰਘ ਟੌੜੇ ਹੋਣਾ ਨੂੰ, ਜਦੋਂ ਉਹ ਵੀ ਇੱਦਾਂ ਦੀ ਸਥਿਤੀ, ਹਾਲਾਂਕਿ ਟੌੜਾ ਸਾਹਿਬ ਦਾ ਕੱਦ ਜਿਹੜਾ ਨਾ ਬਹੁਤ ਉੱਚਾ ਸੀ, ਤਾਂ ਉਹਨਾਂ ਨੇ ਵੀ ਪਾਰਟੀ ਦੇ ਵਿੱਚ ਜਦੋਂ ਗੜਬੜ ਇਸ ਤਰ੍ਹਾਂ ਦੀ ਹੋਈ ਤਾਂ ਉਹਨਾਂ ਨੇ ਸਲਾਹ ਦਿੱਤੀ ਇੱਕ ਪੱਤਰਕਾਰ ਨੂੰ, PTI ਦੇ ਪੱਤਰਕਾਰ ਸੀ ਜਲੰਧਰ ਤੋਂ। ਉਹ ਕਹਿੰਦੇ ਯਾਰ ਮੈਂ ਤਾਂ ਸੁਭਾਵਿਕ ਗੱਲ, ਪੈਟਰੋਲ ਪੰਪ ਦੀ ਗੱਲ ਉੱਥੇ ਗੱਲ ਚੱਲੀ, ਤੇ ਕਹਿੰਦੇ ਮੈਂ ਤਾਂ ਯਾਰ ਬਾਦਲ ਨੂੰ ਕਿਹਾ ਕਿ ਯਾਰ ਤੂੰ ਇੱਕ ਪ੍ਰਧਾਨ ਹੋਰ ਬਣਾ ਲਾ, ਨਹੀਂ ਤੇ ਆਪਣੇ ਪ੍ਰਧਾਨ ਗੁਰਦੇਵ ਬਾਦਲ ਨੂੰ ਬਣਾ ਲਾ। ਇਹ ਗੁਰਦੇਵ ਬਾਦਲ ਦੀ ਗੱਲ ਸੀ, ਇਹ ਆਪਣੇ ਜਿਹੜਾ ਪਾਰਟੀ ਦੇ ਸੀ। ਤਾਂ ਉਸ ਪੱਤਰਕਾਰ ਨੇ ਜਾਂਦਿਆਂ ਕੱਖ ਨਹੀਂ ਵੇਖਿਆ, ਕੋਈ ਗੱਲ ਨਹੀਂ, ਜਾਂਦਿਆਂ ਉਹਨੇ ਖਬਰ ਦੇ ਜਿਹੜੇ ਪੱਟੇ ਚਾੜ ਤੇ ਕਿ ਟੌੜਾ ਸਾਹਿਬ ਵੱਲੋਂ ਵੱਖਰੇ ਪ੍ਰਧਾਨ ਦੀ ਮੰਗ ਤੇ ਟੌੜਾ ਸਾਹਿਬ ਨੂੰ ਪਾਰਟੀ ਤੋਂ ਬਾਹਰ ਵਿਖਾ ਦਿੱਤਾ ਗਿਆ। ਤਾਂ ਜਿਹੜਾ ਇੱਕ ਟੁੱਟਾ ਭੱਜਾ ਲੀਡਰ ਸੀ ਨਾ ਹਰ ਪਾਰਟੀ ਦਾ, ਜਿਹੜਾ ਮਹੱਲੇ ਲੈਵਲ ਦਾ ਜਿਹੜਾ MC ਵੀ, ਉਹ ਵੀ ਟੌੜੇ ਦੇ ਖਿਲਾਫ ਜਿਹੜੀ ਨਾ ਸਟੇਟਮੈਂਟਾਂ ਜਾਰੀ ਕਰਨੀਆਂ ਸ਼ੁਰੂ ਕਰਦੀਆਂ ਟੌੜੇ ਦਾ। ਤਾਂ ਟੌੜਾ ਸਾਹਿਬ ਦੀ ਗੱਲ ਸੀ, ਟੌੜਾ ਸਾਹਿਬ ਕਹਿੰਦੇ ਕਿ ਜਿਹੜਾ ਬੰਦਾ ਝਾੜੇ ਕਰਕੇ ਹੱਥ ਧੋਣ ਦੀ ਜਾਂਚ ਬਣੀ ਉਹ ਵੀ ਟੌੜੇ ਦੇ ਖਿਲਾਫ ਬੋਲਦਾ। ਇਹ ਟੌੜਾ ਸਾਹਿਬ ਦੇ ਬੋਲੇ ਤਾਂ ਫਿਰ ਸਿੱਟਾ ਕੀ ਨਿਕਲਿਆ ਕਿ ਫਿਰ 5 ਸਾਲ ਅਕਾਲੀ ਦਲ ਜਿਹੜਾ ਨਾ ਸੱਤਾ ਤੋਂ ਬਾਹਰ ਹੋ ਗਿਆ। ਉਹੋ ਜਿਹੀ ਜਿਹੜੀ ਪਿਛਲੀ ਨਾ ਮੈਨੂੰ ਉਹੋ ਜਿਹੇ ਆਸਾਰ ਜਿਹੜੇ ਬਣਦੇ ਹੁਣ ਦਿਖਾਈ ਦੇ ਰਹੇ ਨੇ, ਜਿਸ ਤਰੀਕੇ ਨਾਲ ਨਵਜੋਤ ਸਿੱਧੂ ਦਾ ਵਿਰੋਧ ਹਰ ਪੱਧਰ ਤੇ ਬਿਨਾਂ ਕਿਸੇ ਗੱਲ ਤੋਂ ਹੋ ਰਿਹਾ, ਸਿਰਫ ਇਸ ਗੱਲ ਕਰਕੇ ਕਿ ਉਹ ਟਕਸਾਲੀ ਨਹੀਂ, ਇਸ ਕਰਕੇ ਉਹਦੇ ਪਰਿਵਾਰ ਦਾ ਕੋਈ ਸ਼ਹੀਦ ਨਹੀਂ, ਇਸ ਕਰਕੇ ਉਹਦਾ ਪਰਿਵਾਰ ਦਾ ਕੋਈ ਮਰਿਆ ਨਹੀਂ। ਜੇ ਟਕਸਾਲੀ ਨਹੀਂ ਫਿਰ 2017 ਚ ਸ਼ਾਮਲ ਕਿਉਂ ਕੀਤਾ ਗਿਆ ਸੀ? ਉਹ ਨਹੀਂ, ਉਹ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਵਧੀਆ ਜੀ, ਪਰ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਆ ਕਿ ਉਦੋਂ ਵੀ ਸ਼ਾਮਲ ਹੋਣ ਨੂੰ ਜਿਹੜੇ ਸਾਡੇ ਪਾਰਟੀ ਦੇ ਨੇਤਾ ਮੰਨਦੇ ਨਹੀਂ ਸਨ, ਮੈਂ ਹੀ ਜ਼ੋਰ ਦੇ ਕੇ ਦਾਖਲ ਕਰਾਇਆ। ਚਲੋ ਇਹ ਇੱਕ ਸਿਹਰਾ ਲੈਣ ਦੀ ਕੋਸ਼ਿਸ਼ ਹੈ। ਜੇਕਰ ਬਿੱਟੂ ਉਹਨਾਂ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਵਿੱਚ ਜੀ ਤਾਂ ਨਹੀਂ, ਰਵਨੀਤ ਬਿੱਟੂ ਦੀ ਇਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਕਹੀ ਆ ਕਿ ਮੈਂ ਉਹਨਾਂ ਨੂੰ ਦਾਖਲ ਕਰਾਇਆ। ਚਲੋ ਸਿਹਰਾ ਲੈਣ ਦੀ ਕੋਸ਼ਿਸ਼ ਕਿ ਦਾਖਲ ਕਰਾਇਆ ਨਹੀਂ ਕਰਾਇਆ। ਸਥਿਤੀਆਂ ਜਿਹੜੀਆਂ ਨੇ ਜੋ ਅੱਜ ਦੀ ਮਿਤੀ, ਜੋ ਅੱਜ ਦਾ ਮੰਥਨ ਅਗਰ ਕਰੀਏ ਤਾਂ ਨਵਜੋਤ ਸਿੱਧੂ ਵਾਸਤੇ ਜਿਹੜੇ ਆਉਂਦੇ ਕੁਝ ਦਿਨ ਨੇ ਉਹ ਬੜੇ ਕੁਝ ਚੁਣੌਤੀ ਭਰਪੂਰ ਹੋ ਸਕਦੇ ਆ, ਗੰਭੀਰ ਮਤਲਬ ਚਿੰਤਾਜਨਕ ਹੋ ਸਕਦੇ ਆ। ਕਿਉਂਕਿ ਜੇਕਰ ਇਹ ਸਾਰਾ ਕੁਝ ਹੋ ਜਾਂਦਾ, ਜੇਕਰ ਜਿਸ ਤਰੀਕੇ ਨਾਲ ਕੱਲ ਆਪਾਂ ਗੱਲ ਕਰ ਰਹੇ ਸਾਂ ਕਿ ਉਹ ਪ੍ਰਧਾਨਗੀ ਪਦ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਬਣ ਕੇ ਆ ਜਾਂਦੇ, ਕਿ ਇਹ ਚੱਲਣ ਦੇਣਗੇ? ਪ੍ਰਸ਼ਨ ਜਿਹੜਾ ਇਹ ਹੈ ਤਾਂ ਕਿਤੇ ਇਸ ਤਰੀਕੇ ਨਾਲ ਨਾ ਹੋਵੇ ਕਿ ਕਾਂਗਰਸ ਪਾਰਟੀ ਵੀ ਹੱਥ ਸਾੜ ਕੇ ਬਹਿ ਜਾਏ ਜਿਸ ਤਰ੍ਹਾਂ ਅੱਗੇ ਸਾੜਦੀ ਰਹੀ ਹੈ। ਤਾਂ ਨਵਜੋਤ ਸਿੱਧੂ, ਚਲੋ ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਸਿੱਧੂ ਸਾਹਿਬ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਸਾਡੇ ਨਾਲ ਜੁੜ ਕੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਜਿਹੜੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।